ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਵੋਟਿੰਗ ਦੀ ਰਫ਼ਤਾਰ ਹੌਲੀ। ਪਹਿਲੇ ਘੰਟੇ 'ਚ ਕਰੀਬ 4% ਹੀ ਪਈਆਂ ਵੋਟਾਂ। ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਅਤੇ ਕਾਂਗਰਸ ਕੈਂਡੀਡੇਟ ਦਲਬੀਰ ਗੋਲਡੀ ਨੇ ਪਾਈ ਵੋਟ। ਬੀਜੇਪੀ ਦੇ ਕੇਵਲ ਢਿੱਲੋਂ ਨੇ ਵੀ ਪੁਗਤਾਈ ਵੋਟ। ਆਪੋ ਆਪਣੀ ਜਿੱਤ ਦੇ ਕੀਤੇ ਦਾਅਵੇ। ਕੈਬਨਿਟ ਮੰਤਰੀ ਹਰਪਾਲ ਚੀਮਾ ਅਤੇ ਮੀਤ ਹੇਅਰ ਨੇ ਵੀ ਕੀਤਾ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ। ਬੋਲੇ ਸਰਕਾਰ ਦੇ ਕੰਮਾਂ ਦੇ ਨਾਮ ਤੇ ਫਤਵਾ ਦੇਣਗੇ ਸੰਗਰੂਰ ਦੇ ਲੋਕ। ਮੂਸੇਵਾਲਾ ਦੇ ਕਾਤਲਾਂ ਦਾ ਮਦਦਗਾਰ ਪ੍ਰਦੀਪ ਗ੍ਰਿਫਤਾਰ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦਬੋਚਿਆ ਪ੍ਰਿਯਵਰਤ ਫੌਜੀ ਤੇ ਅੰਕਿਤ ਨੂੰ ਫਤਿਹਾਬਾਦ ਅਤੇ ਹਿਸਾਰ ਦੇ ਵਿੱਚ ਦਿੱਤੀ ਸੀ ਪਨਾਹ। ਸਿੱਧੂ ਮੂਸੇਵਾਲਾ ਨੂੰ ਘਰ 'ਚ ਵੜ ਕੇ ਕਤਲ ਕਰਨ ਦੀ ਸੀ ਵੀ ਪਲੈਨਿੰਗ। ਸੁਰੱਖਿਆ ਨਾਲ ਹੁੰਦੀ ਤਾਂ ਉਸ ਦੇ ਲਈ ਸੀ ਵੱਖਰਾ ਪਲਾਨ। ਦਿੱਲੀ ਸਪੈਸ਼ਲ ਸੈੱਲ ਦੇ ਸੀਪੀ ਐਚਜੀਐਸ ਤਾਲੀਵਾਲ ਨੇ ਨਿਊਜ਼ 18 ਤੇ ਕੀਤਾ ਖੁਲਾਸਾ। ਬੋਲੇ 6 ਮਹੀਨਿਆਂ 'ਚ 8-9 ਵਾਰ ਕੀਤੀ ਗਈ ਸੀ ਰੈਕੀ। ਮੂਸੇਵਾਲਾ ਕਤਲकांड ਦੇ ਵਿੱਚ ਵਰਤੇ ਗਏ ਹਥਿਆਰ ਅਜੇ ਨਹੀਂ ਹੋਏ ਬਰਾਮਦ। ਸਿਰਫ ਰਿਜ਼ਰਵ ਹਥਿਆਰ ਹੀ ਮਿਲੇ। ਐਚਜੀਐਸ ਤਾਲੀਵਾਲ ਬੋਲੇ ਕਤਲ ਦੇ ਲਈ ਵਰਤੀ ਰਾਈਫਲ ਲੈ ਗਿਆ ਮਨਪ੍ਰੀਤ ਮੰਨੂ। ਅੱਜ ਜਾਵੇਗਾ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ SYL। ਸ਼ਾਮ 6 ਵਜੇ ਹੋਏਗਾ ਰਿਲੀਜ਼। ਮੂਸੇਵਾਲਾ ਦੀ ਟੀਮ ਨੇ ਸਾਂਝਾ ਕੀਤਾ ਪੋਸਟਰ। ਕਰਪਸ਼ਨ ਕੇਸ ਦੇ ਵਿੱਚ ਗ੍ਰਿਫਤਾਰ IAS ਸੰਜੇ ਪੋਪਲੀ ਦੀਆਂ ਹੋਰ ਵਧੀਆਂ ਮੁਸ਼ਕਿਲਾਂ। ਕਰਨਾਲ ਦੇ ਖੋ ਠੇਕੇਦਾਰ ਨੇ ਵਿਜੀਲੈਂਸ ਨੂੰ ਸੌਂਪੀ ਸ਼ਿਕਾਇਤ। ਪੋਪਲੀ ਦੇ 10 ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਇਲਜ਼ਾਮ। ਕਰਨਾਲ 'ਚ ਵਿਸਫੋਟਕ ਸਮੇਤ ਫੜੇ 4 ਅੱਤਵਾਦੀਆਂ ਦੇ ਮਾਮਲੇ 'ਚ NIA ਦੀ ਵੱਡੀ ਕਾਰਵਾਈ। ਲੁਧਿਆਣਾ, ਫਿਰੋਜ਼ਪੁਰ ਤੇ ਗੁਰਦਾਸਪੁਰ ਸਣੇ ਪੰਜਾਬ 'ਚ 7 ਥਾਵਾਂ ਤੇ ਕੀਤੀ ਰੇਡ। ਪਾਕਿਸਤਾਨ ਬੈਠੇ ਦਹਿਸ਼ਤਗਰਦ ਰਿੰਦਾ ਨਾਲ ਸੰਬੰਧਿਤ ਦਸਤਾਵੇਜ਼ ਜ਼ਬਤ। ਤਰਨਤਾਰਨ ਦੇ ਗੋਇੰਦਵਾਲ ਦੇ ਵਿੱਚ ਅਚਾਨਕ ਗੋਲੀ ਚੱਲਣ ਦੇ ਨਾਲ ASI ਦੀ ਮੌਤ। ਸਰਵਿਸ ਰਿਵਾਲਵਰ ਸਾਫ਼ ਕਰਨ ਵੇਲੇ ਚੱਲੀ ਗੋਲੀ। ਮੌਕੇ ਤੇ ਹੀ ਤੋੜਿਆ ਦਮ। ਸੋਨੀਪਤ 'ਚ ਜਾਨ ਤੇ ਭਾਰੀ ਪਈ ਰਫ਼ਤਾਰ। ਕੰਕਰੀਟ ਦੇ ਬੈਰੀਕੇਡਸ ਨਾਲ ਟਕਰਾਉਣ ਤੋਂ ਬਾਅਦ ਕਾਰ ਨੂੰ ਲੱਗੀ ਅੱਗ। ਜ਼ਿੰਦਾ ਸੜੇ 3 ਨੌਜਵਾਨ, 3 ਹੋਰ ਦੀ ਹਾਲਤ ਗੰਭੀਰ। ਰੋਪੜ ਨੈਸ਼ਨਲ ਹਾਈਵੇ ਤੇ ਕਾਰ ਨੇ 3 ਵੀਲਰ ਨੂੰ ਮਾਰੀ ਜ਼ੋਰਦਾਰ ਟੱਕਰ। ਮਹਿਲਾ ਦੀ ਮੌਕੇ ਤੇ ਮੌਤ। 2 ਲੋਕ ਗੰਭੀਰ ਜ਼ਖਮੀ। ਰੋਪੜ ਹਸਪਤਾਲ ਦੇ ਵਿੱਚ ਚੱਲ ਰਿਹਾ ਇਲਾਜ। ਅੱਜ ਮੁੜ ਤੋਂ ਹੜਤਾਲ ਤੇ ਪਨਬਸ ਤੇ PRTC ਦੇ ਕੱਚੇ ਮੁਲਾਜ਼ਮ 12 ਵਜੇ ਤੋਂ ਕਰਨਗੇ ਚੱਕਾ ਜਾਮ। 2 ਮਹੀਨੇ ਤੋਂ ਨਹੀਂ ਮਿਲੀ ਤਨਖਾਹ। ਲੇਹ ਲਦਾਖ ਵਿੱਚ ਸ਼ਹੀਦ ਹੋਇਆ ਪੰਜਾਬ ਦਾ ਜਵਾਨ ਸਵਰਨਜੀਤ ਸਿੰਘ। ਬਰਫ਼ ਖਿਸਕਣ ਕਰਕੇ ਖੱਡ ਵਿੱਚ ਡਿੱਗੀ ਗੱਡੀ। ਖੰਨਾ ਦੇ ਪਿੰਡ ਸਲੌਦੀ ਸਿੰਘਾਂ ਦੇ ਰਹਿਣ ਵਾਲੇ ਸਨ ਸਵਰਨਜੀਤ। ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇਪਾਲ ਸਿੰਘ ਬਰਾੜ, ਮੇਰੇ ਸਹਿਯੋਗੀ ਗਗਨਦੀਪ ਚੌਹਾਨ। ਅਸੀਂ ਲਗਾਤਾਰ ਨਜ਼ਰ ਪਾਵਾਂਗੇ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਤੇ। VOTING ਲਗਾਤਾਰ ਚੱਲ ਰਹੀ ਹੈ ਪਰ ਰਫ਼ਤਾਰ ਸਲੋ ਹੈ। ਬਿਲਕੁਲ ਰਫ਼ਤਾਰ ਸਲੋ ਹੈਗੀ ਵਿਜੇ, ਪਰ ਤਸਵੀਰਾਂ ਜਿਹੜੀਆਂ ਨੇ ਉਹ ਆਪਣੇ ਆਪ ਵਿੱਚ ਕਾਫੀ ਕੁਝ ਬਿਆਨ ਕਰਦੀਆਂ ਨੇ। 15 ਲੱਖ ਵੋਟਰ ਨੇ। ਅਸੀਂ ਲਗਾਤਾਰ ਅਪੀਲ ਇਹ ਵੀ ਕਰਾਂਗੇ ਕਿ ਲੋਕ ਜਿਹੜੇ ਹੈਗੇ ਘਰੋਂ ਨਿਕਲਣ, ਵੋਟ ਪਾਉਣ ਲਈ ਜਾਣ, ਕਿਉਂਕਿ ਇਹ ਜਮਹੂਰੀਅਤ ਦਾ ਜਸ਼ਨ ਇਸ ਨੂੰ ਕਿਹਾ ਜਾਂਦਾ। ਬਿਲਕੁਲ। ਸੋ ਵੱਖ-ਵੱਖ ਉਮੀਦਵਾਰ ਉਹਨਾਂ ਨੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਹੈ। ਤਸਵੀਰਾਂ ਵੀ ਅਸੀਂ ਦਿਖਾ ਰਹੇ ਹਾਂ। ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ, ਕਾਂਗਰਸ ਦੇ ਦਲਬੀਰ ਗੋਲਡੀ ਔਰ BJP ਦੇ ਕੇਵਲ ਸਿੰਘ ਢਿੱਲੋਂ। ਇਹਨਾਂ ਤਿੰਨਾਂ ਦੀ ਵੋਟ ਇਸ ਹਲਕੇ ਦੇ ਵਿੱਚ ਹੈ। ਸਿਮਰਨਜੀਤ ਮਾਨ ਜਿਹੜੇ ਚੌਥੇ ਉਮੀਦਵਾਰ ਨੇ ਅਕਾਲੀ ਦਲ ਅੰਮ੍ਰਿਤਸਰ ਦੇ, ਜਾਂ ਕਮਲਦੀਪ ਕੌਰ ਰਾਜੋਆਣਾ ਜਿਹੜੇ 5ਵੇਂ ਉਮੀਦਵਾਰ ਨੇ ਅਕਾਲੀ ਦਲ ਦੇ, ਉਹਨਾਂ ਵੱਲੋਂ ਉਹਨਾਂ ਦੀ ਵੋਟ ਕਿਉਂਕਿ ਇਸ ਹਲਕੇ ਦੇ ਵਿੱਚ ਨਹੀਂ ਹੈ, ਇਸ ਕਰਕੇ ਉਹ ਆਪਣੀ ਵੋਟ ਉਹਨਾਂ ਨੇ ਨਹੀਂ ਭੁਗਤਾਈ, ਕਿਉਂਕਿ ਦੂਸਰੇ ਹਲਕੇ 'ਚ ਉਹਨਾਂ ਦਾ ਰੈਜ਼ੀਡੈਂਸ ਹੈ, ਉੱਥੇ ਘਰ ਹੈ ਤੇ ਉਹਨਾਂ ਦੀ ਵੋਟ ਕਿਸੇ ਹੋਰ ਹਲਕੇ ਦੇ ਵਿੱਚ ਬਣੀ ਹੋਈ ਹੈ ਜਿੱਥੇ ਉਹ ਰਹਿੰਦੇ ਨੇ। ਸੋ 3 ਉਮੀਦਵਾਰ ਜਿਹੜੇ ਨੇ, ਤਿੰਨਾਂ ਦੀ ਵੋਟ ਇਸ ਹਲਕੇ ਦੇ ਵਿੱਚ ਹੈ। ਕੇਵਲ ਢਿੱਲੋਂ BJP ਤੋਂ, ਦਲਬੀਰ ਗੋਲਡੀ ਕਾਂਗਰਸ ਤੋਂ, ਗੁਰਮੇਲ ਸਿੰਘ ਆਮ ਆਦਮੀ ਪਾਰਟੀ ਤੋਂ। ਤਿੰਨਾਂ ਵੱਲੋਂ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਗਿਆ। ਕੈਬਨਿਟ ਮੰਤਰੀ ਹਰਪਾਲ ਚੀਮਾ ਦਿੜਬਾ ਹਲਕੇ ਤੋਂ ਆਉਂਦੇ ਨੇ, ਆਪਣੀ ਵੋਟ ਭੁਗਤਾਈ ਹੈ। ਸੰਗਰੂਰ ਲੋਕ ਸਭਾ ਦਾ ਹਿੱਸਾ ਹੈ। ਔਰ ਮੀਤ ਹੇਅਰ ਜਿਹੜੇ ਨੇ ਬਰਨਾਲਾ ਹਲਕੇ ਤੋਂ ਆਉਂਦੇ ਨੇ, ਉਹਨਾਂ ਨੇ ਵੀ ਆਪਣੀ ਵੋਟ ਭੁਗਤਾਈ ਹੈ। ਪਹਿਲਾਂ 3 ਤਸਵੀਰਾਂ 3 ਉਮੀਦਵਾਰਾਂ ਦੀਆਂ। ਤਿੰਨੇ ਉਮੀਦਵਾਰ ਵੱਖ-ਵੱਖ ਬੂਥਾਂ ਤੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਪਹੁੰਚੇ ਔਰ ਤਿੰਨਾਂ ਵੱਲੋਂ ਆਪੋ ਆਪਣੀ ਜਿੱਤ ਦੇ ਦਾਅਵੇ ਕੀਤੇ ਗਏ।
ਬਿਲਕੁਲ। ਤੇ 2019 ਦੇ ਮੁਕਾਬਲੇ ਜੇਕਰ ਵੀ ਦੇਖਿਆ ਜਾਵੇ ਤਾਂ ਇਸ ਤਸਵੀਰ ਦੇ ਵੀ ਸਿਰਫ ਇੱਕ ਚਿਹਰਾ ਅਜਿਹਾ ਹੈਗਾ ਜਿਹੜਾ ਪੁਰਾਣਾ ਹੈ। ਕੇਵਲ ਢਿੱਲੋਂ ਦੀ ਤਸਵੀਰ 2019 ਦੀ ਲੋਕ ਸਭਾ ਇਲੈਕਸ਼ਨ ਵਿੱਚ ਵੀ ਸੀ ਤੇ ਹੁਣ ਵੀ ਹੈਗੀ ਹੈ। ਤੇ ਭਗਵੰਤ ਮਾਨ ਨੇ ਟਵੀਟ ਭਗਵੰਤ ਮਾਨ ਨੇ ਕੀਤਾ ਹੈ, ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੇ ਲਈ ਅੱਜ VOTING ਚੱਲ ਰਹੀ ਹੈ। ਸੰਗਰੂਰ ਦੇ ਇਨਕਲਾਬੀ ਲੋਕਾਂ ਨੂੰ ਮੇਰੀ ਅਪੀਲ, ਇਸ ਜ਼ਿਮਨੀ ਚੋਣ 'ਚ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਅਤੇ ਇਲਾਕੇ ਦੇ ਵਿਕਾਸ ਲਈ ਵੋਟ ਜ਼ਰੂਰ ਪਾਓ। ਇਨਕਲਾਬ ਜ਼ਿੰਦਾਬਾਦ ਟਵੀਟ ਕੀਤਾ ਗਿਆ ਗਗਨ ਭਗਵੰਤ ਮਾਨ ਹੋਰਾਂ ਵੱਲੋਂ, ਪਰ ਉਹ ਆਪਣੀ ਵੋਟ ਭੁਗਤਾਉਣ ਆਉਂਦੇ ਆ ਕਿ ਨਹੀਂ ਇਹ ਵੀ ਸਵਾਲ ਹੈ, ਕਿਉਂਕਿ ਭਗਵੰਤ ਮਾਨ ਦੀ ਵੋਟ ਵੀ ਇਸੇ ਹਲਕੇ 'ਚ ਹੈ ਔਰ ਉਹਨਾਂ ਦੀ ਤਸਵੀਰ ਜਦੋਂ ਆਏਗੀ ਤਾਂ ਉਹ ਵੀ ਦਿਖਾਵਾਂਗੇ ਅਸੀਂ। ਖੈਰ ਉਮੀਦ ਤਾਂ ਇਹੀ ਕੀਤੀ ਜਾ ਰਹੀ ਹੈ ਕਿ ਆਣਗੇ, ਕਿਉਂਕਿ ਪਾਰਟੀ ਵੱਲੋਂ ਜ਼ਿੰਮੇਵਾਰੀ ਜਿਹੜੀ ਹੈਗੀ ਉਹ ਲਾਈ ਜਾਂਦੀ ਹੈ। ਪਰ ਜਿਹੜੀ ਅਸੀਂ ਤਸਵੀਰਾਂ ਦੀ ਗੱਲ ਕਰ ਰਹੇ ਸੀਗੇ, ਕੇਵਲ ਢਿੱਲੋਂ ਸਿਰਫ ਇੱਕ ਅਜਿਹਾ ਚਿਹਰਾ ਹੈਗਾ ਤੇ ਕੇਵਲ ਢਿੱਲੋਂ 2019 ਦੇ ਇਲੈਕਸ਼ਨ ਵਿੱਚ ਵੀ ਚਿਹਰਾ ਸੀਗੇ ਚੋਣ ਦਾ, ਲੋਕ ਸਭਾ ਚੋਣ ਦਾ, ਤੇ ਹੁਣ ਜਿਹੜਾ ਹੈਗਾ ਇੱਕ ਵਾਰ ਫੇਰ ਜਿਹੜਾ ਹੈਗਾ ਦਾ ਅਜਮਾਇਆ ਗਿਆ ਤੇ ਕੇਵਲ ਢਿੱਲੋਂ ਇਸ ਵਾਰ ਵੀ ਚੋਣ ਲੜ ਰਹੇ ਨੇ ਸੰਗਰੂਰ ਲੋਕ ਸਭਾ। ਬਿਲਕੁਲ। ਚਰਨਜੀਵ ਕੌਸ਼ਲ ਜੁੜ ਗਏ ਨੇ ਗਗਨ, ਰੁਕ ਕਰਦੇ ਹਾਂ। ਚਰਨਜੀਵ, ਅਸੀਂ ਤਸਵੀਰਾਂ ਦੇਖ ਪਾ ਰਹੇ ਹਾਂ, ਬੜੀਆਂ ਖੂਬਸੂਰਤ ਤਸਵੀਰਾਂ ਨੇ, ਏਦਾਂ ਲੱਗ ਰਿਹਾ ਤੁਸੀਂ ਕਿਸੇ ਵਿਆਹ ਸਮਾਗਮ 'ਚ ਖੜੇ ਹੋ। ਬਿਲਕੁਲ ਬਿਲਕੁਲ ਵਿਜੇ, ਤੁਹਾਨੂੰ ਦੱਸਦੀ ਸੀ ਸਵੇਰ ਤੋਂ ਹੀ ਦਰਸ਼ਕਾਂ ਨੂੰ ਸੰਗਰੂਰ ਦੇ ਅਲੱਗ-ਅਲੱਗ ਜਗ੍ਹਾਵਾਂ ਦੀਆਂ ਤਸਵੀਰਾਂ ਦਿਖਾ ਰਹੇ ਹਾਂ, ਅਲੱਗ-ਅਲੱਗ ਬੂਥਾਂ ਦੀਆਂ ਤਸਵੀਰਾਂ ਦਿਖਾ ਰਹੇ ਹਾਂ, ਪਰ ਹੁਣ ਤੁਹਾਨੂੰ ਕੁਝ ਵੱਖਰੀਆਂ ਤਸਵੀਰਾਂ ਦਿਖਾਵਾਂਗੇ। ਸਨਾਮ ਦੇ ਇੱਕ ਪੋਲਿੰਗ ਸਟੇਸ਼ਨ ਦੇ ਵਿੱਚ ਖੜੇ ਹਾਂ, ਜਿਹਨੂੰ ਵਿਆਹ ਮੰਗੂ ਪੋਲਿੰਗ ਸਟੇਸ਼ਨ ਨੂੰ ਸਜਾਇਆ ਗਿਆ। ਜਿਸ ਤਰੀਕੇ ਨਾਲ ਬਿਲਕੁਲ ਜਿਹੜੀ ਸਜਾਵਟ ਕੀਤੀ ਹੋਈ ਆ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਜਿਹੜੇ ਫੁੱਲ ਨੇ ਚਾਰੇ ਪਾਸੇ ਸਜਾਵਟ ਕੀਤੀ ਹੈ, ਕਿਉਂਕਿ ਇੱਕ ਸਮਾਰਟ ਬੂਥ ਬਣਾਇਆ ਗਿਆ, ਇੱਕ ਸਮਾਰਟ ਪਿੰਕ ਬੂਥ ਬਣਾਇਆ ਗਿਆ ਸਪੈਸ਼ਲ ਔਰਤਾਂ ਨੂੰ, ਇਲਾਕੇ ਦੀਆਂ ਔਰਤਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਜਿਹੜੀ ਸਜਾਵਟ ਇੱਥੇ ਕੀਤੀ ਹੈ। ਕਿ ਦੇਖ ਸਕਦੇ ਹੋ ਕਿ ਜਿਵੇਂ ਆਪਾਂ ਇੱਕ ਵਿਆਹ ਦੇ ਵਿੱਚ ਐਂਟਰੀ ਕਰਦੇ ਆ, ਵਿਆਹਾਂ ਦੇ ਵਿੱਚ ਆਪਾਂ ਐਂਟਰੀ ਕਰਦੇ ਆ, ਉਸ ਤਰੀਕੇ ਦਾ ਜਿਹੜਾ ਗੇਟ ਆ ਬਣਾਇਆ ਗਿਆ ਤੇ ਬਿਲਕੁਲ ਰੰਗ ਬਰੰਗੇ ਜਿਹੜੇ ਪਰਦਿਆਂ ਦੇ ਨਾਲ ਇਹਨੂੰ ਸਜਾਇਆ ਗਿਆ। ਤਸਵੀਰਾਂ ਤੁਹਾਨੂੰ ਹੋਰ ਵੀ ਅੱਗੇ ਦੀਆਂ ਦਿਖਾਉਣੀਆਂ ਚਾਹਾਂਗੇ, ਕਿਉਂਕਿ ਔਰਤ ਵੋਟਰਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਜਿਹੜੀ ਇਹ ਸਜਾਵਟ ਆ ਸਪੈਸ਼ਲ ਤੌਰ ਤੇ ਕੀਤੀ ਗਈ ਆ। ਸੁਨਾਮ ਦੀਆਂ ਤਸਵੀਰਾਂ ਨੇ, ਚਾਹੇ ਗੱਲ ਗੁਬਾਰਿਆਂ ਦੀ ਹੋਵੇ, ਚਾਹੇ ਗੱਲ ਅਲੱਗ-ਅਲੱਗ ਰੰਗ ਬਰੰਗੇ ਟੈਂਟਾਂ ਦੀ ਹੋਵੇ, ਹਰ ਇੱਕ ਜਗ੍ਹਾ ਤੁਹਾਨੂੰ ਜਿਹੜੀ ਸਜਾਵਟ ਆ ਦੇਖਣ ਨੂੰ ਮਿਲ ਸਕਦੀ ਆ। ਨੀਚੇ ਵੀ ਆਪਾਂ ਗੱਲ ਕਰੀਏ, ਰੰਗ ਬਰੰਗੇ ਜਿਹੜੇ ਟੈਟ ਨੇ ਇੱਥੇ ਵਿਛਾਏ ਗਏ ਨੇ ਤੇ ਅਸੀਂ ਜਾ ਤਾਂ ਨਹੀਂ ਸਕਦੇ, ਕਿਉਂਕਿ ਜਿਹੜਾ ਪੋਲਿੰਗ ਬੂਥ ਆ ਉਹਦੇ ਅੰਦਰ ਦੀ ਤੁਹਾਨੂੰ ਅਸੀਂ ਤਸਵੀਰ ਨਹੀਂ ਦਿਖਾ ਸਕਦੇ, ਕਿਉਂਕਿ ਇੱਕ ਪ੍ਰਾਈਵੇਸੀ ਹੁੰਦੀ ਆ ਇੱਕ ਵੋਟਰ ਦੀ। ਪਰ ਤੁਹਾਨੂੰ ਬਾਹਰ ਤੋਂ ਜਿਹੜੀ ਤਸਵੀਰਾਂ ਜ਼ਰੂਰ ਦਿਖਾਵਾਂਗੇ, ਜਿੱਥੇ ਸਾਡੇ ਸਿਕਿਉਰਿਟੀ ਗਾਰਡ ਖੜੇ ਨੇ, ਕਿ ਬਿਲਕੁਲ ਫੁੱਲਾਂ ਦੇ ਨਾਲ ਜਿਹੜਾ ਗੇਟ ਆ ਬਿਲਕੁਲ ਇੰਨੇ ਜ਼ਿਆਦਾ ਸੋਹਣੇ ਤਰੀਕੇ ਨਾਲ ਸਜਾਇਆ ਗਿਆ ਕਿ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਕਿ ਹਾਂ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਿਕਲੋ ਤੇ ਇੱਥੇ ਆ ਕੇ ਜਦੋਂ ਵੋਟ ਕਰਦੇ ਨੇ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਜਿਹੜੀ ਖੁਸ਼ੀ ਆ ਬਹੁਤ ਮਹਿਸੂਸ ਹੁੰਦੀ ਆ। ਉੱਪਰ ਦੀਆਂ ਤਸਵੀਰਾਂ ਦੇਖੋਗੇ ਚਾਹੇ ਨੀਚੇ ਦੀਆਂ ਤਸਵੀਰਾਂ ਦੇਖੋਗੇ, ਤੁਹਾਨੂੰ ਚਾਰੇ ਪਾਸੇ ਰੰਗ ਬਰੰਗੇ ਰੰਗ ਨਜ਼ਰ ਆਉਣਗੇ, ਫੁੱਲ ਨਜ਼ਰ ਆਉਣਗੇ, ਸੋਹਣੀਆਂ ਸੋਹਣੀਆਂ ਜਿਹੜੀਆਂ ਤਸਵੀਰਾਂ ਉਹ ਬਣਾਈਆਂ ਗਈਆਂ ਨੇ। ਤੁਹਾਨੂੰ ਅੱਗੇ ਦੀਆਂ ਵੀ ਜਿਹੜੀਆਂ ਤਸਵੀਰਾਂ ਦਿਖਾਵਾਂਗੇ। ਸਾਡੇ ਨਾਲ ਇੱਥੇ ਆਰਗੇਨਾਈਜ਼ਰ ਵੀ ਮੌਜੂਦ ਨੇ, ਸਾਡੀ ਮਦਦ ਕਰ ਰਹੇ ਨੇ ਅੱਗੇ ਦਿਖਾਉਣ ਦੀ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਸਜਾਵਟ ਹੈ ਇੱਥੇ ਕੀਤੀ ਗਈ ਆ, ਕਿਉਂਕਿ ਜਿਹੜਾ ਪਿੰਕ ਬੂਥ ਸਮਾਰਟ ਬੂਥ ਜਿਹੜਾ ਇੱਥੇ ਬਣਾਇਆ ਗਿਆ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਗਿਆ। ਦੇਖ ਸਕਦੇ ਹੋ ਕਿ ਜਿਹੜਾ ਉਡੀਕ ਖੇਤਰ ਵੇਟਿੰਗ ਏਰੀਆ ਵੀ ਬਣਾਇਆ ਗਿਆ ਇੱਥੇ, ਕਿ ਅਗਰ ਜ਼ਿਆਦਾ ਭੀੜ ਭਾੜ, ਵੈਸੇ ਤਾਂ ਆਪਾਂ ਦੇਖ ਰਹੇ ਹਾਂ ਗਰਮੀ ਕਾਰਨ ਜਿਹੜੀ ਭੀੜ ਜਿਹੜੀ ਵੇਟ ਕਰਨ ਦੀ ਨਹੀਂ ਜ਼ਰੂਰਤ ਹੈਗੀ, ਪਰ ਫਿਰ ਵੀ ਇੱਕ ਸਾਈਡ ਦੇ ਉੱਪਰ ਦੇਖੀਏ ਤਾਂ ਬਿਲਕੁਲ ਪੱਖੇ ਵਗੈਰਾ ਲਾ ਕੇ ਜਿਹੜਾ ਵੇਟਿੰਗ ਏਰੀਆ ਵੀ ਬਣਾਇਆ ਗਿਆ, ਜਿੱਥੇ ਠੰਡੇ ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ ਤੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਚਾਹ ਦਾ ਵੀ ਜਿਹੜਾ ਪ੍ਰਬੰਧ ਕੀਤਾ ਗਿਆ। ਭਾਵੇਂ ਕੁਰਸੀਆਂ ਖਾਲੀ ਨੇ, ਕਿਉਂਕਿ ਜ਼ਿਆਦਾ ਭੀੜ ਨਹੀਂ ਹੈਗੀ, ਗਰਮੀ ਕਾਰਨ ਜਿਹੜੇ ਲੋਕ ਨੇ ਬਹੁਤ ਘੱਟ ਗਿਣਤੀ ਦੇ ਵਿੱਚ ਆ ਰਹੇ ਨੇ ਤੇ ਘੱਟ ਗਿਣਤੀ ਦੇ ਵਿੱਚ ਹੌਲੀ ਹੌਲੀ ਜਿਹੜੀ ਵੋਟ ਆ ਉਹ ਹੋ ਰਹੀ ਆ। ਪਰ ਇਹ ਤਸਵੀਰਾਂ ਤੁਹਾਨੂੰ ਕਿਤੇ ਵੀ ਦੇਖਣ ਨੂੰ ਨਹੀਂ ਮਿਲੀਆਂ ਹੋਣੀਆਂ। ਅਸੀਂ ਸਵੇਰ ਦੇ ਅਲੱਗ-ਅਲੱਗ ਜਗ੍ਹਾਵਾਂ ਦੇ ਉੱਪਰ ਜਾ ਰਹੇ ਹਾਂ, ਤਸਵੀਰਾਂ ਦਿਖਾ ਰਹੇ ਹਾਂ। ਗਰਮੀ ਆ, ਲੋਕ ਵੋਟਾਂ ਕਰ ਰਹੇ ਨੇ, ਵੋਟ ਕਰ ਰਹੇ ਨੇ, ਪਰ ਇਹ ਰੰਗ ਬਰੰਗਾ ਜਿਹੜਾ ਪੋਲਿੰਗ ਸਟੇਸ਼ਨ ਆ ਉਹ ਤੁਹਾਨੂੰ ਅਸੀਂ ਆਪਣੇ ਵੱਲੋਂ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਚਾਰੇ ਪਾਸੇ ਤੁਹਾਨੂੰ ਜਿਹੜੇ ਰੰਗ ਨਜ਼ਰ ਆ ਰਹੇ ਨੇ। ਤੁਹਾਨੂੰ ਦੁਬਾਰਾ ਦੱਸ ਦਈਏ ਕਿ ਇੱਕ ਸਮਾਰਟ ਬੂਥ ਬਣਾਇਆ ਗਿਆ ਔਰਤਾਂ ਨੂੰ ਉਤਸ਼ਾਹਿਤ ਕਰਨ ਦੇ ਲਈ। ਅਸੀਂ ਅੰਦਰ ਦੀਆਂ ਤਸਵੀਰਾਂ ਅੰਦਰ ਜਾ ਕੇ ਨਹੀਂ ਦਿਖਾ ਸਕਦੇ, ਪਰ ਕੋਸ਼ਿਸ਼ ਜ਼ਰੂਰ ਕਰਦੇ ਹਾਂ ਕਿ ਤੁਹਾਨੂੰ ਬਾਹਰੋਂ ਕੁਝ ਨਜ਼ਰ ਆਏ, ਕਿਉਂਕਿ ਜਿਹੜੇ ਚਾਰੇ ਪਾਸੇ ਅਗਰ ਗੁਬਾਰੇ ਨੇ ਉਹ ਸਜਾਏ ਗਏ ਨੇ, ਬਿਲਕੁਲ ਫੁੱਲਾਂ ਦੀ ਜਿਹੜੀ ਸਜਾਵਟ ਆ ਇਸ ਜਗ੍ਹਾ ਦੇ ਉੱਪਰ ਕੀਤੀ ਗਈ ਆ। ਦੇਖ ਸਕਦੇ ਹੋ ਕਿ ਜਿਹੜੇ ਚਰਨਜੀਤ ਤੁਸੀਂ ਤਸਵੀਰਾਂ ਦਿਖਾਉਂਦੇ ਰਹੋ, ਤੁਸੀਂ ਤਸਵੀਰਾਂ ਦਿਖਾਉਂਦੇ ਰਹੋ, ਮੈਂ ਦੁਬਾਰਾ ਤੁਹਾਡੇ ਕੋਲੇ ਆਉਣਾ ਹੈ। ਚਰਨਜੀਤ ਤੁਸੀਂ ਤਸਵੀਰਾਂ ਦਿਖਾਉਂਦੇ ਰਹੋ, ਮੈਂ ਦੁਬਾਰਾ ਤੁਹਾਡੇ ਕੋਲੇ ਆਉਣਾ ਹੈ। ਪੰਕਜ ਕਪਾਹੀ ਜੁੜੇ ਹੋਏ ਨੇ, ਪੰਕਜ ਦਾ ਰੁਖ ਕਰ ਲੈਂਦੇ ਆ। ਪੰਕਜ, ਤੁਸੀਂ ਕਿਹੜੇ ਬੂਥ ਤੇ ਮੌਜੂਦ ਹੋ? ਕਿਉਂਕਿ ਅਸੀਂ ਸਵੇਰ ਦਾ ਕਈ ਬੂਥਾਂ ਤੇ ਗੱਲਬਾਤ ਕਰ ਚੁੱਕੇ ਹਾਂ, ਤਸਵੀਰਾਂ ਦੇਖ ਚੁੱਕੇ ਹਾਂ, ਪਰ ਜਿਹੜਾ ਉਤਸ਼ਾਹ ਇੱਕ ਜਨਰਲ ਇਲੈਕਸ਼ਨਸ ਦੇ ਵਿੱਚ ਨਜ਼ਰ ਆਉਂਦਾ ਹੈ ਉਹ ਸ਼ਾਇਦ ਇਸ ਜ਼ਿਮਨੀ ਚੋਣ 'ਚ ਨਜ਼ਰ ਨਹੀਂ ਆ ਰਿਹਾ।
ਬਿਲਕੁਲ ਬਿਲਕੁਲ ਜਿਹੜਾ ਉਤਸ਼ਾਹ ਅਸੀਂ 3 ਮਹੀਨੇ ਪਹਿਲਾਂ ਵਿਧਾਨ ਸਭਾ ਚੋਣਾਂ 'ਚ ਦੇਖਿਆ ਸੀਗਾ ਉਹ ਉਤਸ਼ਾਹ ਨਜ਼ਰ ਨਹੀਂ ਆ ਰਿਹਾ ਔਰ ਨੌਜਵਾਨ ਵੀ ਜਿਹੜੇ ਨੇ ਉਹ ਘੱਟ ਬਾਹਰ ਆ ਰਹੇ ਨੇ। ਇਸ ਵੇਲੇ ਸੰਗਰੂਰ ਮੈਂ ਇੱਕ ਬੂਥ ਤੇ ਖੜਾ ਵਾਂ ਲੇਕਿਨ ਬਜ਼ੁਰਗ ਆ ਰਹੇ ਨੇ ਇਹ ਦੇਖੋ ਕਿ ਕਿਸ ਤਰੀਕੇ ਨਾਲ ਬਜ਼ੁਰਗ ਆਪਣੀ ਵੋਟ ਦਾ ਇਸਤੇਮਾਲ ਕਰਨ ਦੇ ਲਈ ਪਹੁੰਚੇ ਨੇ। ਜ਼ਿੰਦਗੀ ਦੀਆਂ ਕਈ ਸਾਰੀਆਂ ਤੁਸੀਂ ਵੋਟਾਂ ਪਾਈਆਂ ਹੋਣੀਆਂ, ਸੰਗਰੂਰ ਬਦਲਦਾ ਹੋਇਆ ਦੇਖਿਆ, ਇਸ ਵਾਰ ਕੀ ਸੋਚ ਕੇ ਤੁਸੀਂ ਵੋਟ ਜਿਹੜੀ ਉਹ ਪਾਈ? ਵੋਟ ਤਾਂ ਆਪਾਂ ਤਾਂ ਜਿਹੜੀ ਵੋਟ ਦਾ ਇਸਤੇਮਾਲ ਕਰਨਾ ਉਸੇ ਕਰਕੇ ਹੋ ਰਿਹਾ, ਬਾਕੀ ਤਾਂ ਕੋਈ ਹੈ ਨਹੀਂ ਗੱਲ। ਉਤਸ਼ਾਹ ਘੱਟ ਨਜ਼ਰ ਆ ਰਿਹਾ। ਪਹਿਲੇ 10 ਵਜੇ ਤੱਕ ਸਿਰਫ 4% ਵੋਟ ਪਈ ਸੀਗੀ, ਹੁਣ ਵੀ ਜ਼ਿਆਦਾ ਜਿਹੜੇ ਵੋਟਰ ਨੇ ਉਹ ਘਰੋਂ ਬਾਹਰ ਨਹੀਂ ਨਿਕਲ ਰਹੇ, ਕੀ ਵਜ੍ਹਾ? ਇਹ ਤੇ ਪਤਾ ਨਹੀਂ ਕੀ ਗੱਲ ਹੈ, ਪਤਾ ਨਹੀਂ ਲੋਕਾਂ ਦੇ ਮਨ 'ਚ ਕੀ ਚੇਂਜ ਆਈ ਹੋਈ ਆ। ਕੋਈ ਵੀ ਵੋਟ ਪਾਉਂਦਾ ਅਗਲਾ ਚਲਾ ਜਾਂਦਾ, ਕੱਲਾ ਆ ਰਿਹਾ, ਕੋਈ ਐਸੀ ਉਹ ਗੱਲ ਨਹੀਂ ਹੈ ਵੀ ਖੜ ਕੇ ਕੋਈ ਗੱਲਾਂ ਬਾਤਾਂ ਕਰਦੇ ਜਾਂ ਕੁਝ ਕਰਦੇ ਨੇ, ਉਹ ਗੱਲ ਨਹੀਂ ਹੈ। ਤੁਸੀਂ ਆਪਣੇ ਬੱਚਿਆਂ ਨੂੰ ਕਿਹਾ ਕਿ ਤੁਸੀਂ ਨਿਕਲੋ, ਤੁਸੀਂ ਤਾਂ ਨਿਕਲ ਆਏ ਧੁੱਪ 'ਚ ਬਾਹਰ, ਲੇਕਿਨ ਬੱਚੇ ਨਹੀਂ ਨਿਕਲੇ। ਕੰਮ ਦਾ ਵੀ ਟਾਈਮ ਨਾ, ਬੱਚੇ ਕੰਮ 'ਚ ਲੱਗੇ ਹੋਏ ਨੇ, ਜੀਰੀ ਲੱਗ ਰਹੀ ਹੈ, ਝੋਨਾ ਲੱਗਣ ਕਰਕੇ ਬਿਜੀ ਨੇ। ਹਾਂਜੀ, ਆਉਣਗੇ ਬੱਚੇ ਵੀ ਵੋਟ ਪਾਣ ਆਉਣਗੇ। ਤੁਸੀਂ ਬੱਚਿਆਂ ਤੋਂ ਪਹਿਲਾਂ ਬਾਜੀ ਮਾਰ ਲਈ, ਤੁਸੀਂ ਪਹਿਲਾਂ ਆ ਗਏ ਸੀ। ਉਹਨਾਂ ਨੂੰ ਉਹ ਕੱਦੂ ਕਰ ਰਹੇ ਨੇ ਕਾਕਾ, ਉਹ ਫੇਰ ਆਊਗਾ। ਤੁਸੀਂ ਕੀ ਸੋਚ ਕੇ ਇਸ ਵਾਰ ਵੋਟ ਪਾਈ ਹੈ ਕਿ ਕਿਹੋ ਜਿਹਾ ਉਮੀਦਵਾਰ ਹੋਣਾ ਚਾਹੀਦਾ ਹੈ, ਕਿਉਂਕਿ ਸੀਐਮ ਸਿਟੀ ਵੀ ਹੈ ਸੰਗਰੂਰ, ਔਰ ਕੀ ਲੱਗਦਾ ਹੈ ਕਿ ਇਸ ਵਾਰ ਕੌਣ ਬਾਜੀ ਮਾਰੇਗਾ? ਵਧੀਆ ਬਾਜੀ ਤਾਂ ਕਰਮਾਂ ਦੀ ਹੈ ਵੀ ਜਿਹਨੂੰ ਲੋਟ ਲੱਗੂ ਦੁਨੀਆ ਪਾਈ ਜਾਂਦੀ ਹੈਗੀ। ਫਿਰ ਦੇਖੋ ਕਿਹੜਾ ਹੁਣ ਕੋਈ ਸੱਚ ਦੱਸਦਾਗਾ। 26 ਤਰੀਕ ਦੱਸੂ ਹੈ 26 ਤਰੀਕ ਦੱਸੂ ਵੀ ਕੀ ਹੋ ਰਿਹਾ। ਕਿੰਨਾ ਫਰਕ ਦੇਖਿਆ ਤੁਸੀਂ? ਹਰ ਵਾਰ ਵੋਟ ਪਾਉਂਦੇ ਹੋ, ਬਦਲਦਾ ਕੁਝ ਨਜ਼ਰ ਆਉਂਦਾ ਸੰਗਰੂਰ? ਬਦਲਦਾ ਤਾਂ ਕੁਝ ਨਹੀਂ ਹੈ, ਤਾਂ ਚੱਲੀ ਜਾਂਦਾ, ਕੰਮ ਆਈ ਜਾਂਦੀਆਂ ਨੇ, ਪਾਰਟੀਆਂ ਚੱਲੀ ਜਾਂਦੀਆਂ ਨੇ। ਬਸ ਐਤਕੀ ਥੋੜਾ ਜਿਹਾ ਹੈਗਾ ਵੀ ਸ਼ਾਂਤੀ, ਜੇ ਆਹ ਕਰਨ ਇਹ ਕੁਝ ਕੰਮ, ਫਿਰ ਬਾਅਦ 2-4 ਸਾਲਾਂ 'ਚ ਪਤਾ ਲੱਗੂਗਾ। ਆਪੀ ਪਊਗਾ। ਤੁਸੀਂ ਕੀ ਸੋਚ ਕੇ ਵੋਟ ਪਾਈ ਇਸ ਵਾਰ? ਅਸੀਂ ਤਾਂ ਇਹ ਕਹਿੰਦੇ ਵੀ ਜਿਵੇਂ ਵਧੀਆ ਮਾਹੌਲ ਹੋਵੇ, ਸਾਰਾ ਕੁਝ ਸ਼ਾਂਤੀ ਰਹੇ ਪੰਜਾਬ 'ਚ। ਕਿੰਨੀ ਵਾਰ ਅੱਜ ਤੱਕ ਵੋਟਾਂ ਪਾ ਚੁੱਕੇ ਹੋ? ਪਾ ਲਿਆ ਹੋਣਗੇ 10-15 ਵਾਰੀ। ਕਿੰਨੀ ਵਾਰੀ ਵੋਟਾਂ ਪਾ ਚੁੱਕੇ? ਬਹੁਤ ਪਾਲਿਆ, ਜਦੋਂ 18 ਸਾਲ ਤੋਂ ਸ਼ੁਰੂ ਹੋਇਆ ਕੰਮ। 18 ਸਾਲ ਤੋਂ ਹੁਣ ਕਿੰਨੀ ਉਮਰ ਹੋ ਗਈ? 75 ਸਾਲ ਹੋ ਗਈ। 18 ਤੋਂ 75 ਤੱਕ ਵੋਟਾਂ ਪਈਆਂ, ਸਰਕਾਰਾਂ ਕੰਮ ਕਰਦੀ? ਕਿਹੜਾ ਕੰਮ ਤਾਂ ਉਹੀ ਚੱਲੀ ਜਾਂਦਾ, ਉਸੇ ਤਾਂ ਆਈ ਜਾਂਦੇ ਆ, ਸਰਕਾਰ ਬਦਲ ਜਾਂਦੀ ਆ ਕੰਮ। ਇਹ ਦੇਖੋ ਬਜ਼ੁਰਗ ਆਏ ਹੋਏ ਆ, ਨੌਜਵਾਨ ਵੀ ਕੁਝ ਆਏ ਨੇ। ਵੋਟ ਤੁਸੀਂ ਪਾਏ, ਵੋਟ ਦਾ ਇਸਤੇਮਾਲ ਕਰ ਰਹੇ? ਹਾਂਜੀ ਵੋਟ ਪਾਏ, ਕੀ ਲੱਗਦਾ ਇਸ ਵਾਰ? ਪਾਉਣੀ ਹੈ ਪਹੁੰਚ ਚੱਲੇ ਹੋ? ਹਾਂ, ਇਹ ਬਜ਼ੁਰਗ ਆਏ ਨੇ, ਇਹ ਦੇਖੋ ਕਿ ਬਜ਼ੁਰਗ, ਤੁਸੀਂ ਵੋਟ ਪਾਏ? ਪਾਣੀ ਪਾਉਣੇ ਪੁੱਤ, ਅਸੀਂ ਤਾਂ ਹਜੇ ਪਾਉਣੀ ਹੈਗੀ ਬੇਟੇ। ਹਾਂ ਕੀ ਲੱਗਦਾ ਇਸ ਵਾਰ ਬਾਜੀ? ਕੋਈ ਪਤਾ ਨਹੀਂ, ਕੁਛ ਲੱਗਦਾ ਕੀ ਪਤਾ, ਕਿ ਵੋਟਾਂ ਤੋਂ ਹੀ ਪਤਾ ਲੱਗੂਗਾ ਬੇਟੇ। ਕੀ ਸੋਚ ਕੇ ਕਿ ਇਸ ਵਾਰ ਮੁੱਦਿਆਂ ਤੇ ਵੋਟ ਪਾ ਰਹੇ, ਚਿਹਰਾ ਦੇਖ ਕੇ ਵੋਟ ਪਾ ਰਹੇ, ਕੀ ਦੇਖ ਕੇ ਵੋਟ? ਬੇਟੇ ਵੀ ਜਿਹੜੇ ਕੋਈ ਕੰਮ ਕਰਨਗੇ ਆਪਾਂ ਵੋਟ ਆਪਦੇ ਹਿਸਾਬ ਨਾਲ ਪਾਉਂਦੇ ਵੀ ਆਪਣਾ ਕੰਮ ਕਰਵਾਉਣ, ਹੈ ਨਾ। ਇਹ ਹੁੰਦਾ ਵੀ ਚਲੋ ਵੀ ਹੁਣ ਪਰ ਉਹਨਾਂ ਦੀ ਮਰਜ਼ੀ ਅੱਗੇ, ਹੈ ਨਾ। ਹਾਂ ਬਸ ਕੀ ਸੋਚ ਕੇ ਤੁਸੀਂ ਵੋਟ ਪਾਈ? ਬਈ ਕੰਮ ਠੀਕ ਕਰਨਗੇ। ਤਾਂ ਇਹ ਦੇਖੋ ਕਿ ਵਿਜੇ ਬਜ਼ੁਰਗਾਂ ਦੇ ਵਿੱਚ ਉਤਸ਼ਾਹ ਜ਼ਰੂਰ ਹੈ, ਬਜ਼ੁਰਗ ਆ ਰਹੇ ਨੇ, ਕੁਝ ਨੌਜਵਾਨ ਚਿਹਰੇ ਜ਼ਰੂਰ ਆਏ ਨੇ, ਲੇਕਿਨ ਬਜ਼ੁਰਗਾਂ ਦੇ ਵਿੱਚ ਉਤਸ਼ਾਹ ਹੈ। ਔਰ ਗਰਮੀ ਦੇ ਵਿੱਚ ਕਹਿ ਰਹੇ ਨੇ ਕਿ ਬੱਚੇ ਵੀ ਆਣਗੇ, ਸ਼ਾਮ ਤੱਕ ਬੱਚੇ ਵੀ ਆਣਗੇ, ਲੇਕਿਨ ਸਵੇਰੇ ਜਿਹੜੀ ਪਹਿਲੀ ਵੋਟ ਪਰਸੈਂਟੇਜ ਆਈ ਸੀ ਉਹ 3.8% ਆਈ ਸੀ। ਪੰਕਜ ਇੱਕ ਚੀਜ਼ ਹੋਰ ਕਿ ਆਮ ਤੌਰ ਤੇ ਤੁਸੀਂ ਵੱਖ-ਵੱਖ ਬੂਥਾਂ ਤੇ ਘੁੰਮ ਰਹੇ ਹੋਵੋਗੇ, ਪਿੰਡਾਂ ਤੇ ਸ਼ਹਿਰਾਂ ਦਾ ਬੜਾ ਫਰਕ ਹੁੰਦਾ। ਮੈਂ ਚਰਨਜੀਤ ਨਾਲ ਵੀ ਪਹਿਲਾਂ ਇਹ ਗੱਲ ਕਰ ਰਿਹਾ ਸੀ ਕਿ ਪਿੰਡਾਂ ਤੇ ਸ਼ਹਿਰਾਂ ਦਾ ਫਰਕ ਹੁੰਦਾ। ਪਿੰਡਾਂ ਦੇ ਲੋਕ ਅਮੂਮਨ ਜ਼ਿਆਦਾ ਉਤਸ਼ਾਹ ਦਿਖਾਉਂਦੇ ਨੇ ਪੋਲਿੰਗ ਦੇ ਵਿੱਚ, ਜਦੋਂ ਵੀ ਆਪਾਂ ਕਦੇ ਵੀ ਕੋਈ ਵੀ ਕਵਰੇਜ ਕਰਦੇ ਆ ਇਲੈਕਸ਼ਨ ਦੀ। ਸ਼ਹਿਰਾਂ ਦੇ ਲੋਕ ਥੋੜੇ ਆਪਣੇ ਕੰਮਕਾਰ ਨਿਪਟਾ ਕੇ ਜਾਂ ਇੱਕ ਈਜ਼ੀ ਜ਼ੋਨ 'ਚ ਹੁੰਦੇ ਆ, ਤਾਂ ਉਹ ਥੋੜਾ ਉਸ ਤਰੀਕੇ ਨਾਲ ਘਰੋਂ ਬਾਹਰ ਨਿਕਲਦੇ ਆ। ਅੱਜ ਵੀ ਉਹੀ ਤਸਵੀਰ ਹੈ। ਬਿਲਕੁਲ ਵਿਜੇ, ਪਿੰਡਾਂ 'ਚ ਅਸੀਂ ਦੇਖ ਰਹੇ ਹਾਂ, ਪਿੰਡਾਂ 'ਚ ਕਈ ਥਾਵਾਂ ਤੇ ਕਤਾਰਾਂ ਵੀ ਲੱਗੀਆਂ ਹੋਈਆਂ ਨਜ਼ਰ ਆਈਆਂ, ਲੇਕਿਨ ਸ਼ਹਿਰਾਂ ਦੇ ਵਿੱਚ ਜਿਹੜੀ ਵੋਟ ਪਰਸੈਂਟੇਜ ਹੈ, ਕਿਉਂਕਿ ਇਸ ਤੋਂ ਪਹਿਲਾਂ ਜਿਹੜੇ ਮੈਂ ਬੂਥ ਤੇ ਸੀਗਾ ਉੱਥੇ 10 ਵਜੇ 718 ਵੋਟਾਂ ਸੀਗੀਆਂ ਬੂਥ ਦੇ ਵਿੱਚ, ਲੇਕਿਨ 54 ਵੋਟਾਂ ਜਿਹੜੀਆਂ ਨੇ ਉਹ ਪਈਆਂ ਸੀਗੀਆਂ, ਯਾਨੀ ਕਿ 5% ਦੇ ਕਰੀਬ ਜਿਹੜੀਆਂ ਵੋਟਾਂ ਪਈਆਂ ਸੀਗੀਆਂ। ਤਾਂ ਅਜਿਹੇ 'ਚ ਸ਼ਹਿਰਾਂ ਦੇ ਵਿੱਚ ਉਹ ਕਰੇਜ਼ ਜਾਂ ਉਤਸ਼ਾਹ ਨਜ਼ਰ ਨਹੀਂ ਆ ਰਿਹਾ। ਪਿੰਡਾਂ 'ਚ ਜ਼ਰੂਰ ਕਿਤੇ ਕਤਾਰਾਂ ਨਜ਼ਰ ਆਉਂਦੀਆਂ ਨੇ। ਸ਼ਾਇਦ ਇਹ ਵੀ ਸ਼ਹਿਰਾਂ ਨੂੰ ਲੱਗਦਾ ਹੈ ਕਿ ਪਹਿਲਾਂ ਅਸੀਂ ਆਪਣੇ ਕੰਮ ਨਿਬੇੜ ਲਈਏ, ਆਪਣੇ ਜਿਹੜਾ ਰੋਜ਼ਮਾਰ ਕੋਈ ਦੁਕਾਨਦਾਰ ਹੈ ਉਹ ਦੁਕਾਨ ਤੇ ਚਲਾ ਜਾਂਦਾ, ਉਹ ਕਹਿੰਦਾ ਕਿ ਦੁਪਹਿਰੀ ਜੋ ਰੋਟੀ ਖਾਣ ਜਾਵਾਂਗਾ ਉਦੋਂ ਵੋਟ ਪਾ ਦਾਂਗਾ। ਕੋਈ ਨੌਕਰੀ ਪੇਸ਼ਾ ਉਹ ਸਵੇਰੇ 9 ਵਜੇ 8 ਵਜੇ ਨੌਕਰੀ ਤੇ ਚਲਾ ਗਿਆ, ਉਹ ਇਸ ਕਰਕੇ ਉਹ ਕਹਿੰਦਾ ਕਿ ਸ਼ਾਮੀ 4-5 ਵਜੇ ਘਰੇ ਵਾਪਸ ਆਊਂਗਾ, ਉਦੋਂ ਵੋਟ ਪਾਊਂਗਾ। ਲੇਕਿਨ ਜਿਹੜੇ ਬਜ਼ੁਰਗ ਨੇ ਉਹ ਜ਼ਰੂਰ ਸ਼ਹਿਰਾਂ ਦੇ ਵਿੱਚ ਨਿਕਲਦੇ ਹੋਏ ਨਜ਼ਰ ਆਏ ਨੇ ਸੰਗਰੂਰ ਦੇ ਵਿੱਚ। ਵਿਜੇ ਬਿਲਕੁਲ ਗਗਨ, ਇਹ ਚੀਜ਼ ਪਹਿਲਾਂ ਵੀ ਸਵੇਰ ਦੀ ਨਜ਼ਰ ਆ ਰਹੀ ਹੈ ਕਾਫੀ ਥਾਵਾਂ ਤੇ। ਚਰਨਜੀਤ ਜੁੜੇ ਹੋਏ ਹੈ, ਚਰਨਜੀਤ ਕੋਲੇ ਚੱਲਦੇ ਆ ਇੱਕ ਵਾਰੀ। ਤਾਂ ਇਹ ਚੀਜ਼ ਕਾਫੀ ਵੇਖਣ ਦੇ ਵਿੱਚ ਨਜ਼ਰ ਆਈ ਹੈ। ਪਿੰਡਾਂ ਦੇ ਲੋਕਾਂ ਦੇ ਵਿੱਚ ਥੋੜਾ ਜਿਹਾ ਜ਼ਿਆਦਾ ਕਰੇਜ਼ ਹੁੰਦਾ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ, ਔਰ ਪਿੰਡਾਂ ਦੇ ਵਿੱਚ ਲੋਕ ਇੱਕ ਦੂਜੇ ਨੂੰ ਬਹੁਤ ਨੇੜੇ ਤੋਂ ਜਾਣਦੇ ਆ। ਸ਼ਹਿਰਾਂ ਦੇ ਵਿੱਚ ਤਾਂ ਕਈ ਵਾਰੀ ਸਾਹਮਣੇ ਘਰ ਵਾਲੇ ਨਾਲ ਵੀ ਬੋਲਚਾਲ ਨਹੀਂ ਹੁੰਦੀ ਜਾਂ ਨਹੀਂ ਪਤਾ ਹੁੰਦਾ ਕਿ ਗਲੀ 'ਚ ਕੌਣ ਰਹਿੰਦਾ ਹੈ। ਅੱਜ ਕੱਲ ਵੱਡੇ ਸ਼ਹਿਰਾਂ 'ਚ ਤਾਂ ਬਹੁਤ ਹੀ ਜ਼ਿਆਦਾ ਹੋ ਗਿਆ, ਚੰਡੀਗੜ੍ਹ, ਮੋਹਾਲੀ ਵਗੈਰਾ।
ਛੋਟੇ ਸ਼ਹਿਰਾਂ 'ਚ ਫਿਰ ਵੀ ਲੋਕ ਇੱਕ ਦੂਜੇ ਨਾਲ ਜੁੜੇ ਹੁੰਦੇ ਆ, ਪਰ ਪਿੰਡਾਂ ਦੇ ਵਿੱਚ ਇਹ ਚੀਜ਼ ਬਹੁਤ ਘੱਟ ਨਜ਼ਰ ਆਉਂਦੀ ਹੈ। ਪਿੰਡਾਂ ਦੇ ਵਿੱਚ ਲੋਕ ਉਤਸ਼ਾਹਿਤ ਹੁੰਦੇ ਆ ਇਹਨਾਂ ਚੀਜ਼ਾਂ ਨੂੰ ਲੈ ਕੇ। ਬਿਲਕੁਲ ਵਿਜੇ, ਇੱਕ ਹੋਰ ਵੀ ਚੀਜ਼ ਹੈ ਕਿ ਟਾਈਮਿੰਗ ਕੀ ਹੈ। ਪੋਲਿੰਗ ਦੀ ਟਾਈਮਿੰਗ ਜਿਹੜੀ ਹੈ ਝੋਨਾ ਲਾਇਆ ਜਾ ਰਿਹਾ। ਹੁਣ ਜਿਵੇਂ ਬਜ਼ੁਰਗ ਕਹਿ ਰਹੇ ਸੀ, ਮੁੰਡਾ ਜਿਹੜਾ ਹੈ ਕੱਦੂ ਗਣ ਗਿਆ ਹੋਇਆ, ਖੇਤਾਂ 'ਚ ਗਿਆ ਹੋਇਆ, ਆ ਕੇ ਵਿਹਲਾ ਹੋ ਕੇ ਆਏਗਾ ਤਾਂ ਵੋਟ ਪਾਣਾ ਹੈਗਾ। ਅੱਛਾ, ਸ਼ਹਿਰਾਂ ਵਿੱਚ ਗੱਲ ਕਰੀਏ, ਗਰਮੀ ਦੇ ਮਾਰੇ ਲੋਕ ਕਹਿੰਦੇ ਯਾਰ ਗਰਮੀ ਬਹੁਤ ਹੈਗੀ, ਥੋੜਾ ਠੰਡਾ ਜਾ ਹੋ ਜੇ ਫੇਰ ਚੱਲਦੇ ਆ। ਇਹ ਵੀ ਹੈਗਾ ਕਿਤੇ ਨਾ ਕਿਤੇ ਫੈਕਟਰ ਰਹਿੰਦਾ। ਪਰ ਜਿਹੜੀ ਪਰਸੈਂਟੇਜ ਹੈਗੀ ਹੈ 9 ਵਜੇ ਤੱਕ, ਫਿਰ ਗਰਮੀ ਵਿੱਚ ਦੋ ਤਰੀਕੇ ਹੁੰਦੇ ਨੇ ਪੋਲਿੰਗ ਦੇ ਜਿਹੜੇ ਹੁਣ ਤੱਕ ਅਸੀਂ ਦੇਖੇ, ਜਾਂ ਤਾਂ ਲੋਕ ਅਰਲੀ ਮਾਰਨਿੰਗ ਆ ਕੇ ਵੋਟ ਭੁਗਤਾ ਜਾਂਦੇ ਆ, ਜਾਂ ਫਿਰ ਜੋ ਠੰਡਾ ਜਿਹਾ ਮੌਸਮ ਹੁੰਦਾ ਫਿਰ 3 ਵਜੇ ਤੋਂ ਬਾਅਦ ਫਿਰ ਇੱਕੋਦਮ ਰਫ਼ਤਾਰ ਫੜਦੇ ਆ। ਤੇ ਇਹ ਸਿਨੈਰੀਓ ਜਿਹੜਾ ਹੈਗਾ ਹੋ ਸਕਦਾ ਹੈ ਕਿ ਆਉਣ ਵਾਲੇ ਟਾਈਮ ਵਿੱਚ ਥੋੜਾ ਜਿਹਾ ਚੇਂਜ ਹੋਵੇ ਅੱਜ ਦੇ ਦਿਨ ਦੇ ਵਿੱਚ ਜਦੋਂ ਅਸੀਂ ਅੱਗੇ ਵਧਾਂਗੇ। ਬਿਲਕੁਲ ਚਰਨਜੀਤ ਜੁੜੇ ਹੋਏ ਆ, ਇੱਕ ਵਾਰੀ ਫਿਰ ਰੁਕ ਕਰ ਲੈਂਦੇ ਆ ਚਰਨਜੀਤ ਦਾ। ਚਰਨਜੀਤ, ਤੁਹਾਡਾ ਬੂਥ ਅਸੀਂ ਦੇਖ ਰਹੇ ਸੀ ਜਿੱਥੇ ਤੁਸੀਂ ਖੜੇ ਹੋ। ਇੰਟਰਸਟਿੰਗ ਜ਼ਰੂਰ ਨੇ ਤਸਵੀਰਾਂ, ਕਾਫੀ ਚੀਜ਼ਾਂ ਜਿਹੜੀਆਂ ਨੇ। ਮੈਂ ਚਾਹੂਗਾ ਸਕਰੀਨ ਤੇ ਚਰਨਜੀਤ ਜਿਹੜੇ ਲਾਈਵ ਚਰਨਜੀਤ ਤਸਵੀਰਾਂ ਦਿਖਾ ਰਹੇ ਸੀ ਉਹ ਇੱਕ ਵਾਰੀ ਫਿਰ ਦਿਖਾਈਏ ਦਰਸ਼ਕਾਂ ਨੂੰ ਦੁਬਾਰਾ। ਬਿਲਕੁਲ, ਉਹ ਬੂਥ ਦੀਆਂ ਤਸਵੀਰਾਂ ਬੜੀਆਂ ਇੰਟਰਸਟਿੰਗ ਸੀ, ਹਾਲਾਂਕਿ ਬੜੇ ਸਿਲੈਕਟਡ ਬੂਥ ਹੁੰਦੇ ਨੇ। ਬਿਲਕੁਲ ਗਗਨ, ਇਹੋ ਜਿਹੇ, ਔਰ ਉਹਨਾਂ ਨੂੰ ਇੱਕ ਸੈਂਪਲ ਦੇ ਤੌਰ ਤੇ ਲਿਆ ਜਾਂਦਾ ਹੈ ਕਿ ਅੱਗੇ ਤੋਂ ਜਿਹੜਾ ਉਸ ਦੇ ਵਿੱਚ ਇਨਕਰੀਜ਼ ਹੋਵੇ, ਵਾਧਾ ਕੀਤਾ ਜਾ ਸਕੇ। ਪਰ ਕਿਤੇ ਨਾ ਕਿਤੇ ਅਸੀਂ ਵੇਖਿਆ ਹੋਣਾ, ਜਾਂ ਇੱਕ ਇਨਸਾਨੀ ਪ੍ਰਵਿਰਤੀ ਹੁੰਦੀ ਹੈ ਕਿ ਜੇ ਬੂਥ ਕਿਸੇ ਐਸੀ ਥਾਂ ਤੇ ਹੈ, ਕਿਸੇ ਟੁੱਟਿਆ ਭੱਜਿਆ ਸਕੂਲ ਹੈ ਜਾਂ ਕੋਈ ਇਹੋ ਜਿਹੀ ਥਾਂ ਹੈ, ਤਾਂ ਲੋਕ ਕਈ ਵਾਰੀ ਅਵੋਇਡ ਕਰਦੇ ਆ ਵੀ ਛੱਡ ਪਰੇ ਯਾਰ, ਕੌਣ ਲਾਈਨਾਂ 'ਚ ਖੜਾ ਰਹੇਗਾ, ਐਵੇਂ ਗੰਦੀ ਥਾਂ ਹੈ, ਗਰਮੀ ਹੈ, ਕਈ ਵਾਰ ਲੋਕ ਅਵੋਇਡ ਕਰਦੇ ਆ। ਚਰਨਜੀਤ ਜਿਸ ਤਰੀਕੇ ਨਾਲ ਖੜੇ ਨੇ, ਤਸਵੀਰਾਂ ਇੰਟਰਸਟਿੰਗ ਨੇ। ਚਰਨਜੀਤ, ਮੈਂ ਇੱਕ ਚੀਜ਼ ਬੜੀ ਸਪਸ਼ਟ ਤੁਹਾਡੇ ਤੋਂ ਜਾਣਨੀ ਚਾਹੂੰਗਾ ਕਿ ਇਹ ਜਿਹੜੇ ਬੂਥ ਤੇ ਤੁਸੀਂ ਖੜੇ ਹੋ, ਜਿਹੜੀ ਸਜਾਵਟ ਦਾ ਆਪਾਂ ਜ਼ਿਕਰ ਕਰ ਰਹੇ ਸੀ, ਇਹ ਸਜਾਵਟ ਪੋਲਿੰਗ ਪਰਸੈਂਟੇਜ ਤੇ ਅਸਰ ਪਾਉਂਦੀ ਹੈ? ਬਿਲਕੁਲ 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 ਪਾਵੇਗੀ। ਤਾਂ ਆਪਾਂ ਦੇਖ ਸਕਦੇ ਹਾਂ ਕਿ ਇਹੋ ਜਿਹੇ ਮਾਹੌਲ ਦੇ ਵਿੱਚ ਤਾਂ ਹਰ ਕੋਈ ਆਉਣਾ ਚਾਹੇਗਾ। ਜੇ ਇਹ ਲੱਖ ਗਰਮੀ ਆ, ਪਰ ਇੱਥੇ ਆ ਕੇ ਗਰਮੀ ਸਾਨੂੰ ਵੀ ਮਹਿਸੂਸ ਨਹੀਂ ਹੋ ਰਹੀ। ਸਜਾਵਟ ਹੀ ਇੰਨੀ ਜ਼ਿਆਦਾ ਸੋਹਣੀ ਕੀਤੀ ਗਈ ਆ। ਤੁਹਾਨੂੰ ਫਿਰ ਤਸਵੀਰਾਂ ਦਿਖਾਉਂਦੇ ਆ ਕਿ ਜਦੋਂ ਆਪਾਂ ਕਿਸੇ ਵਿਆਹ ਦੇ ਵਿੱਚ ਐਂਟਰ ਹੁੰਨੇ ਆ ਤਾਂ ਜਿਹੜਾ ਗੇਟ ਹੁੰਦਾ, ਗੇਟ ਨੂੰ ਜਿਸ ਤਰੀਕੇ ਨਾਲ ਦੋਨੇ ਪਾਸਿਓਂ ਸਜਾਇਆ ਹੁੰਦਾ, ਤਾਂ ਉਸੇ ਤਰੀਕੇ ਦੇ ਨਾਲ ਇਹ ਜਿਹੜਾ ਪੋਲਿੰਗ ਸਟੇਸ਼ਨ ਆ ਇਹਨੂੰ ਸਜਾਇਆ ਗਿਆ। ਸ਼ੁਰੂਆਤ ਦੇ ਵਿੱਚ ਟੈਂਟ ਲਗਾਏ ਗਏ ਨੇ ਰੰਗ ਬਰੰਗੇ, ਤੇ ਇੱਥੇ ਬਿਲਕੁਲ ਜਿਹੜੀ ਤਿਆਰੀ ਆ, ਗੱਲਬਾਤ ਵੀ ਕਰਦੇ ਆ। ਮੈਮ, ਕਿਵੇਂ ਲੱਗਦਾ ਇੱਥੇ ਕਿਵੇਂ ਲੱਗਦਾ ਤੁਸੀਂ ਇੱਥੇ VOTING ਪਾਉਣ ਆਏ ਹੋ? ਕੋਈ ਲੱਗਦਾ ਕਿ ਵੋਟਾਂ ਵਾਲਾ ਮਾਹੌਲ ਆ ਜਾਂ ਵਿਆਹ ਵਾਲਾ ਮਾਹੌਲ ਲੱਗ ਰਿਹਾ? ਇਹ ਤਾਂ ਲੱਗਦਾ ਸਾਨੂੰ ਅਸੀਂ ਕਿ ਪਾਰਟੀ ਚੱਲ ਰਹੀ ਹੈ, ਵੋਟਾਂ ਦਾ ਤਾਂ ਲੱਗ ਹੀ ਰਿਹਾ। ਹੈਰਾਨੀ ਜੀ ਵਾਲੀ ਗੱਲ ਹੋਈ ਹੈ। ਵੈਸੇ ਪਹਿਲੀ ਵਾਰ ਵੀ ਇਦਾਂ ਕੀਤਾ ਹੈ, ਬਹੁਤ ਵਧੀਆ ਲੱਗਿਆ। ਇਹ ਜਿਹੜੀ ਸਜਾਵਟ ਤੁਹਾਨੂੰ ਦੇਖਣ ਨੂੰ ਰੰਗ ਬਰੰਗੇ ਫੁੱਲ ਲੱਗੇ ਹੋਏ ਨੇ, ਜਿਵੇਂ ਬੰਦਾ ਵੋਟ, ਗਰਮੀ ਕਿੰਨੀ ਜ਼ਿਆਦਾ, ਤੁਹਾਨੂੰ ਗਰਮੀ ਤੁਹਾਡੀ ਖਤਮ ਹੋ ਗਈ ਜਾਂ ਕਿਵੇਂ? ਲੱਗ ਹੀ ਨਹੀਂ ਰਹੀ ਵੈਸੇ ਵੀ ਵੋਟ ਦੇ ਚ ਤਾਂ ਨਹੀਂ, ਅੱਗੇ ਬਹੁਤ ਬੁਰਾ ਹਾਲ ਹੁੰਦਾ ਹੈਗਾ। ਕਾਫੀ ਚਿਰ ਦੇ ਵਾਟਾ ਪਾ ਰਹੇ ਅਸੀਂ। ਪਹਿਲੀ ਵਾਰ ਦੇਖਿਆ ਵੀ ਜ਼ਿੰਦਗੀ 'ਚ ਜਦੋਂ ਦੇ ਵੀ ਏਦਾਂ ਦਾ ਵੀ ਮਾਹੌਲ ਕਦੇ ਹੋ ਸਕਦਾ ਵੋਟਾਂ ਦਾ। ਅਸੀਂ ਜਿਹੜਾ ਪੋਲਿੰਗ ਬੂਥ ਆ ਉਹਦੇ ਅੰਦਰ ਤਾਂ ਨਹੀਂ ਜਾ ਕੇ ਕਵਰੇਜ ਕਰ ਸਕਦੇ, ਪਰ ਤੁਸੀਂ ਜਾ ਕੇ ਦੇਖ ਕੇ ਆਏ ਹੋ, ਤੁਸੀਂ ਵੋਟ ਪਾ ਕੇ ਆਏ ਹੋ। ਅੰਦਰ ਜ਼ਿਆਦਾ ਸਜਾਵਟ ਕੀਤੀ ਹੋਈ ਆ, ਜ਼ਿਆਦਾ ਗੁਬਾਰੇ। ਉੱਥੇ ਕਿਵੇਂ ਲੱਗਿਆ ਤੁਹਾਨੂੰ? ਬਹੁਤ ਜ਼ਿਆਦਾ ਜੀ, ਪਹਿਲੀ ਵਾਰ ਦੇਖਿਆ ਮੈਂ ਜ਼ਿੰਦਗੀ 'ਚ ਵੀ। ਮੈਨੂੰ 30 ਸਾਲ ਦੀ ਹੋ ਗਈ, ਅੱਜ ਤੱਕ ਮੈਂ ਕਿਤੇ ਇਹ ਜਿਹਾ ਕੁਝ ਨਹੀਂ ਦੇਖਿਆ ਸੀਗਾ। ਬਹੁਤ ਖੁਸ਼ੀ ਦੀ ਵਧੀਆ ਮਾਹੌਲ ਹੈ, ਵਧੀਆ। ਤਾਂ ਤੁਹਾਡਾ ਕੀ ਨਾਮ ਹੈ ਜੀ? ਦਵਿੰਦਰ ਕੌਰ। ਕਿਵੇਂ ਦੇਖਿਆ ਤੁਹਾਨੂੰ? ਮਾਹੌਲ ਕਿਵੇਂ ਲੱਗਿਆ? ਜਿਵੇਂ ਤੁਸੀਂ ਜਦੋਂ ਐਂਟਰ ਹੁੰਦੇ ਹੋ ਤਾਂ ਕਿਸ ਤਰੀਕੇ ਦਾ ਮਾਹੌਲ ਲੱਗਿਆ? ਬਹੁਤ ਵਧੀਆ ਲੱਗਿਆ ਵੀਰ ਜੀ, ਬਹੁਤ ਵਧੀਆ ਲੱਗਿਆ। ਪਹਿਲੀ ਵਾਰ ਹੀ ਹੋਇਆ ਵੈਸੇ। ਬਿਲਕੁਲ, ਸਾਡੇ ਨਾਲ ਹੋਰ ਵੀ ਵੋਟਰ ਮੌਜੂਦ ਨੇ, ਵੋਟ ਪਾ ਕੇ ਆ ਰਹੇ ਨੇ। ਮੈਡਮ, ਸਪੈਸ਼ਲ ਬੂਥ ਬਣਾਇਆ ਗਿਆ, ਪਿੰਕ ਬੂਥ ਲੇਡੀਜ਼ ਦੇ ਲਈ। ਇੱਥੇ ਆ ਕੇ ਤੁਹਾਨੂੰ ਕਿਵੇਂ ਲੱਗਿਆ? ਕਿਸ ਤਰੀਕੇ ਦਾ ਤੁਹਾਨੂੰ ਮਾਹੌਲ ਲੱਗਿਆ? ਬਹੁਤ ਵਧੀਆ ਲੱਗਿਆ ਜੀ। ਐਨੀ ਮਤਲਬ ਡੈਕੋਰੇਸ਼ਨ ਕਰੀ ਹੋਈ ਹੈ ਕਿ ਅੱਛਾ, ਮਤਲਬ ਵਧੀਆ ਉਹ ਹੋ ਰਹੀ ਹੈ ਜੀ, ਮਤਲਬ ਕਿ ਵਧੀਆ ਸਹੀ ਢੰਗ ਨਾਲ ਵੋਟ ਪਵਾ ਰਹੇ ਨੇ। ਪਹਿਲਾਂ ਤੁਸੀਂ ਕਿੰਨੀ ਕੁ ਵਾਰ ਵੋਟ ਪਾਈ ਅੱਜ ਤੱਕ? ਆਈ ਵਾਰ ਪਾਉਂਦੇ ਆ ਜੀ ਵੋਟ ਤਾਂ। ਇਦਾਂ ਦੇ ਮਾਹੌਲ ਪਹਿਲਾਂ ਤੁਹਾਨੂੰ ਕਿੰਨੀ ਵਾਰ ਦੇਖਣ ਨੂੰ ਮਿਲਿਆ? ਨਹੀਂ, ਪਹਿਲਾਂ ਤਾਂ ਬਹੁਤ ਕਾਫੀ ਰਸ਼ ਹੁੰਦਾ ਸੀ, ਵੈਸੇ ਠੀਕ ਪਾਉਂਦੇ ਸੀ, ਇਹੋ ਜੀ ਗੱਲ ਨਹੀਂ ਹੈਗੀ। ਜਦੋਂ ਆਪਾਂ ਪੋਲਿੰਗ ਸਟੇਸ਼ਨ 'ਚ ਆਉਂਦੇ ਆ, ਚਾਰੇ ਪਾਸੇ ਪੁਲਿਸ ਫਿਰਦੀ ਹੈ, ਚਲੋ ਉਹ ਤਾਂ ਸਿਕਿਉਰਿਟੀ ਬਣਦੀ ਹੈ, ਪਰ ਇਦਾਂ ਦਾ ਮਾਹੌਲ ਜਿਹੜਾ ਆਪਾਂ ਦੇਖ ਰਹੇ ਹਾਂ, ਰੰਗ ਬਰੰਗੇ ਪਰਦੇ ਲੱਗੇ ਹੋਏ ਨੇ, ਫੁੱਲ ਸਜੇ ਹੋਏ ਨੇ, ਇਹ ਦੇਖ ਕੇ ਤੁਹਾਨੂੰ ਕਿਵੇਂ ਲੱਗਿਆ? ਵਧੀਆ ਲੱਗਿਆ ਜੀ, ਡੈਕੋਰੇਸ਼ਨ ਵਧੀਆ ਅੱਛੀ ਕਰੀ ਹੋਈ ਹੈਗੀ, ਸਾਰਾ ਕੁਝ ਅੰਦਰ ਕਿਵੇਂ ਕੀਤੀ ਹੋਈ ਹੈ? ਜਦੋਂ ਪੋਲਿੰਗ ਬੂਥ 'ਚ ਗਏ ਹੋ ਤੁਸੀਂ, ਵੋਟ ਪਾ ਕੇ ਆਏ, ਉੱਥੇ ਕਿੰਨੇ ਕੁ ਗੁਬਾਰੇ ਵਗੈਰਾ ਸਜਾਇਆ ਹੈ? ਵਧੀਆ ਜੀ, ਬਹੁਤ ਵਧੀਆ ਲੱਗਿਆ? ਬਹੁਤ ਅੱਛਾ ਜੀ। ਬਿਲਕੁਲ, ਅਸੀਂ ਔਰਤਾਂ ਨਾਲ ਗੱਲ ਕੀਤੀ ਹੈ, ਕਿਉਂਕਿ ਔਰਤਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਜਿਹੜਾ ਇਹ ਸਮਾਰਟ ਬੂਥ, ਪਿੰਕ ਬੂਥ ਬਣਾਏ ਗਏ ਨੇ। ਇੱਕ ਬਹੁਤ ਵਧੀਆ ਤਰੀਕੇ ਨਾਲ ਆਪਾਂ ਦੇਖਿਆ ਕਿ ਆਪਾਂ ਅਲੱਗ-ਅਲੱਗ ਸਵੇਰ ਤੋਂ ਕਵਰੇਜ ਕਰ ਰਹੇ ਹਾਂ ਵਿਜੇ, ਪਰ ਇਦਾਂ ਦਾ ਮਾਹੌਲ ਸਾਨੂੰ ਕਿਤੇ ਨਹੀਂ ਮਿਲਿਆ। ਸਾਡੀ ਵੀ ਕਾਫੀ ਹੱਦ ਤੱਕ ਜਿਹੜੀ ਗਰਮੀ ਆ ਉਹ ਭੁੱਲ ਗਏ ਅਸੀਂ ਜੀ ਵਿਜੇ। ਬਿਲਕੁਲ ਚਰਨਜੀਤ, 2017 ਦੀ ਇਹ ਸ਼ੁਰੂਆਤ ਸੀਗੀ ਔਰ ਉਪਰਾਲਾ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਦਾ ਕਿ ਔਰ ਖਾਸ ਗੱਲ ਜਿਹੜੀ ਹੈਗੀ ਹੈ ਇਸ ਪਿੰਕ ਬੂਥ ਦੀ ਜਿਹੜੇ ਖਾਸ ਕਰਕੇ ਬਣਾਏ ਜਾਂਦੇ ਆ ਕਿ ਵਿਮਨ ਮੈਨੇਜਡ ਹੈਗਾ ਸਾਰਾ ਕੁਝ, ਫੀਮੇਲ ਮੈਨੇਜਡ ਹੈਗਾ। ਮਤਲਬ ਅੰਦਰ ਜਿਹੜਾ ਸਟਾਫ ਵੀ ਹੋਏਗਾ ਉਹ ਵੀ ਫੀਮੇਲ ਸਟਾਫ ਹੋਏਗਾ। ਔਰਤਾਂ ਦਾ ਜੇਕਰ ਅਸੀਂ ਜ਼ਿਕਰ ਕਰੀਏ ਚਰਨਜੀਤ,
1 ਲੱਖ ਦਾ ਹੀ ਫਰਕ ਹੈ ਜੇਕਰ ਵੋਟਰਾਂ ਦੀ ਗਿਣਤੀ ਦਾ ਫਰਕ ਕਰੀ, ਤਕਰੀਬਨ 1 ਲੱਖ ਦਾ ਫਰਕ ਹੈ। 8,30,000 ਦੇ ਕਰੀਬ ਮਰਦ ਨੇ, 7,39,000 ਦੇ ਕਰੀਬ ਔਰਤਾਂ ਨੇ। 1 ਲੱਖ ਤੋਂ ਵੀ ਘੱਟ ਦਾ ਫਰਕ ਜਿਹੜਾ ਹੈਗਾ ਉਹ ਰਹਿ ਜਾਂਦਾ ਹੈ। ਔਰਤਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਸੰਗਰੂਰ ਦੀ ਜੇਕਰ ਬੈਕਗ੍ਰਾਉਂਡ ਦੇ ਵਿੱਚ ਅਸੀਂ ਜਾਈਏ, ਚੋਣਾਂ ਜਦੋਂ ਵੀ ਹੁੰਦੀਆਂ ਨੇ, ਕਿ ਔਰਤਾਂ ਵਾਕਈ ਉਸ ਉਤਸ਼ਾਹ ਦੇ ਨਾਲ ਸ਼ਾਮਿਲ ਹੁੰਦੀਆਂ ਨੇ ਇਸ ਚੋਣ ਪ੍ਰਕਿਰਿਆ ਦੇ ਵਿੱਚ, ਇਸ ਜਸ਼ਨ ਦੇ ਵਿੱਚ, ਜਾਂ ਇਹ ਜਿਹੜੀ ਤਿਆਰੀ ਕੀਤੀ ਗਈ ਹੈ ਇਹ ਔਰਤਾਂ ਨੂੰ ਖਿੱਚ ਰਹੀ ਹੈ ਇਸ ਵਾਰ? ਚਰਨਜੀਤ। ਬਿਲਕੁਲ ਖਿੱਚਦੀ ਆ, ਕਿਉਂਕਿ ਆਪਾਂ ਦੇਖੀਏ ਜਿਵੇਂ ਗਰਮੀ ਦੀ ਆਪਾਂ ਸਵੇਰ ਤੋਂ ਗੱਲ ਕਰ ਰਹੇ ਆ, ਪਹਿਲਾਂ 3-4 ਦਿਨ ਮੌਸਮ ਠੀਕ ਰਿਹਾ, ਕੱਲ ਤੋਂ ਜਿਹੜਾ ਤਾਪਮਾਨ ਆ ਉਹ ਵਧਿਆ। ਇੰਨੀ ਗਰਮੀ ਦੇ ਵਿੱਚ ਜਦੋਂ ਪਤਾ ਲੱਗਦਾ, ਦੇਖਦੇ ਆ ਆਪਾਂ ਕਿ ਹਾਂ ਇੱਥੇ ਆ ਕੇ ਤਾਂ ਬੰਦਾ ਗਰਮੀ ਵੀ ਭੁੱਲ ਜਾਂਦਾ। ਬਹੁਤ ਵਧੀਆ ਤਰੀਕੇ ਨਾਲ ਜਿਹੜੀ ਸਜਾਵਟ ਕੀਤੀ ਗਈ ਆ, ਇਸ ਮਾਹੌਲ ਦੇ ਵਿੱਚ ਆ ਕੇ ਬੰਦੇ ਨੂੰ ਵਧੀਆ ਲੱਗਦਾ। ਵੋਟ ਤਾਂ ਚਲੋ ਹਰ ਪੋਲਿੰਗ ਸਟੇਸ਼ਨ ਦੇ ਵਿੱਚ ਹੁੰਦੀ ਆ, ਪਰ ਇਦਾਂ ਦੇ ਮਾਹੌਲ ਦੇ ਵਿੱਚ ਵੋਟ ਪਾ ਕੇ ਸਾਰੇ ਲੋਕ ਖੁਸ਼ ਹੋ ਰਹੇ ਨੇ। ਸਾਨੇ ਗੱਲਬਾਤ ਕੀਤੀ, ਉਹਨਾਂ ਨੇ ਇਹੀ ਕਿਹਾ ਕਿ ਹਾਂ ਪਹਿਲਾਂ ਅਸੀਂ ਬਹੁਤ ਵਾਰ ਵੋਟ ਪਾਈ ਹੈ ਪਰ ਇਦਾਂ ਦਾ ਮਾਹੌਲ ਕਦੇ ਨਹੀਂ ਦੇਖਿਆ। ਹੋਰ ਵੀ ਅਸੀਂ ਕੋਸ਼ਿਸ਼ ਕਰਦੇ ਆ, ਇੱਥੇ ਦੇ ਆਰਗੇਨਾਈਜ਼ਰ ਵੀ ਹੈਗੇ ਨੇ ਜਿਨ੍ਹਾਂ ਨੇ ਸਜਾਵਟ ਕੀਤੀ ਆ, ਉਹਨਾਂ ਨਾਲ ਗੱਲਬਾਤ ਕਰਦੇ ਆ। ਭਾਜੀ ਤੁਹਾਡਾ ਕੀ ਨਾਮ ਆ ਜੀ? ਮੇਰਾ ਕੁਲਦੀਪ ਸਿੰਘ ਹੈ ਜੀ। ਮੈਂ ਬੂਥ ਲੈਵਲ ਅਫਸਰ ਦੀਆਂ ਇੱਥੇ ਸੇਵਾਵਾਂ ਨਿਭਾ ਰਿਹਾ 165 ਨੰਬਰ ਬੂਥ ਦੇ ਉੱਤੇ। ਇਹ ਸਮਾਰਟ ਬੂਥ ਬਣਿਆ ਹੋਇਆ। ਸਮਾਰਟ ਬੂਥ ਬਣਨ ਕਰਕੇ ਸਾਰੀ ਸਜਾਵਟ ਹੋਈ ਹੈ। ਯੰਗ ਵੋਟਰਾਂ ਨੂੰ ਤੇ ਲੇਡੀਜ਼ ਨੂੰ ਉਤਸ਼ਾਹਿਤ ਕਰਨ ਲਈ ਇਹ ਸਾਰਾ ਜਿਹੜਾ ਹੈਗਾ ਬਣਾਇਆ ਗਿਆ। ਬਿਲਕੁਲ ਬਿਲਕੁਲ, ਸਾਡੇ ਨਾਲ ਇੱਥੇ ਦੇ ਜ਼ਿਲ੍ਹੇ ਦੇ ਡੀਸੀ ਵੀ ਇੱਥੇ ਪਹੁੰਚ ਚੁੱਕੇ ਨੇ। ਸਰ, ਅਸੀਂ ਸਵੇਰ ਤੋਂ ਕਵਰੇਜ ਕਰ ਰਹੇ ਹਾਂ ਪਰ ਇਦਾਂ ਦਾ ਮਾਹੌਲ ਸਾਨੂੰ ਕਿਤੇ ਨਹੀਂ ਦੇਖਣ ਨੂੰ ਮਿਲਿਆ, ਕਿਵੇਂ ਦੇਖਦੇ ਹੋ ਜੀ? ਸਾਰਿਆਂ ਦੇ ਵਿੱਚ ਕਾਫੀ ਉਤਸ਼ਾਹ ਹੈਗਾ। ਲੋਕੀ ਹੁਣ ਆ ਕੇ ਵੋਟਿੰਗ ਕਰਨ ਲੱਗ ਪਏ ਆ। ਮੈਂ ਤੇ ਐਸਐਸਪੀ ਸਾਹਿਬ ਵੀ ਅਸੀਂ ਹੁਣ ਇਸ ਵੇਲੇ ਇਹ ਸਾਰੇ ਪ੍ਰਬੰਧ ਵਗੈਰਾ ਦੇਖ ਰਹੇ ਹੈਗੇ ਕਿ ਸਾਰੇ ਪੁਖਤਾ ਪ੍ਰਬੰਧ ਹੈ, ਤੇ ਮੈਨੂੰ ਬਹੁਤ ਖੁਸ਼ੀ ਹੈ ਔਰ ਆਸ ਹੈ ਕਿ ਇੱਕ ਸ਼ਾਂਤਮਈ ਢੰਗ ਨਾਲ ਜਿਹੜਾ ਹੈਗਾ ਅੱਜ ਦਾ ਚੋਣ ਮੁਕੰਮਲ ਹੋਏਗੀ। ਬਿਲਕੁਲ, ਜਿਵੇਂ ਅਸੀਂ ਦੇਖਦੇ ਹਾਂ, ਅਸੀਂ ਸਵੇਰ ਤੋਂ ਅਲੱਗ-ਅਲੱਗ ਜਗ੍ਹਾ ਤੇ ਕਵਰੇਜ ਕਰ ਰਹੇ ਹਾਂ। ਨਾਰਮਲ ਹੁੰਦਾ, ਪਰ ਇੱਥੇ ਜਿਹੜਾ ਪੋਲਿੰਗ ਬੂਥ ਬਣਾਇਆ ਗਿਆ, ਸਮਾਰਟ ਪੋਲਿੰਗ ਬੂਥ, ਪਿੰਕ ਪੋਲਿੰਗ ਬੂਥ, ਇਹ ਬਹੁਤ ਵਧੀਆ। ਇਹਦੇ ਬਾਰੇ ਸਪੈਸ਼ਲ ਕੀ ਕਹੋਗੇ ਤੁਸੀਂ? ਜੀ, ਅਸੀਂ ਜਿਹੜੇ ਹੈਗੇ ਸੁਨਾਮ ਦੇ ਵਿੱਚੋਂ ਅਸੀਂ ਹੁਣੇ ਹੀ ਇੱਕ ਹੋਰ ਪਿੰਕ ਬੂਥ ਦੇਖ ਕੇ ਆਏ ਹਾਂ। ਇੱਕ ਤਰੀਕਾ ਸਿੰਬਲ ਹੁੰਦਾ ਹੈ ਫੀਮੇਲ ਸਸ਼ਕਤੀਕਰਨ ਵਾਸਤੇ, ਪਲੱਸ ਜਿਹੜਾ ਹੈਗਾ ਲੋਕਾਂ ਨੂੰ ਇੱਕ ਫੈਸਟੀਵਲ ਵਰਗਾ ਲੱਗਦਾ ਹੈ ਕਿ ਚੋਣ ਡੈਮੋਕ੍ਰੇਸੀ ਦੇ ਵਾਸਤੇ ਸਭ ਤੋਂ ਵੱਡਾ ਫੈਸਟੀਵਲ ਹੈ ਮੇਰੀ ਸਮਝ ਦੇ ਵਿੱਚੋਂ। ਤੇ ਮੈਂ ਚਾਹੁੰਦਾ ਕਿ ਅਲਟੀਮੇਟਲੀ ਵਿਦ ਟਾਈਮ ਅਸੀਂ ਸਾਰੇ ਬੂਥ ਇਸ ਤਰ੍ਹਾਂ ਦੇ ਕਵਰ ਕਰਾਂਗੇ। ਲੱਗਦਾ ਕਿ ਇਦਾਂ ਦੇ ਬੂਥ ਦੇ ਵਿੱਚ ਆ ਕੇ ਔਰਤਾਂ ਜ਼ਿਆਦਾ ਵੋਟ ਕਰਨਗੀਆਂ, ਜਾਂ ਜਿਹੜੇ ਗਰਮੀਆਂ ਦਾ ਮਾਹੌਲ ਇੱਥੇ ਆ ਕੇ ਸਾਨੂੰ ਤਾਂ ਖਤਮ ਹੋ ਗਿਆ, ਤੁਹਾਨੂੰ ਕਿਵੇਂ ਲੱਗਦਾ? ਬਿਲਕੁਲ ਜੀ, ਜਿਹੜੀ ਤੁਹਾਡੀ ਫੀਲਿੰਗ ਹੈ ਉਹੀ ਸਾਡੀ ਫੀਲਿੰਗ ਹੈ ਇਸ ਵਾਸਤੇ। ਐਂਡ ਜਿੰਨਾ ਚੰਗਾ ਯਾਨੀ ਲੋਕਾਂ ਨੂੰ ਦੇਖਣ ਨੂੰ ਮਿਲਦਾ ਹੈ, ਜਦੋਂ ਅੱਛੀ ਗੁੱਡ ਫੀਲ ਗੁੱਡ ਫੈਕਟਰ ਆਉਂਦਾ ਹੈ ਤੇ ਜ਼ਰੂਰ ਉਤਸ਼ਾਹ ਹੋਰ ਵੱਧਦਾ ਹੈ। ਜਦੋਂ ਜਾ ਕੇ ਦੱਸਦੇ ਹਾਂ ਕਿਸ ਤਰ੍ਹਾਂ ਦਾ ਵੀ ਇੱਕ ਬੂਥ ਹੈ, ਇੱਕ ਫੈਕਟਰ, ਉਹ ਵੀ ਚੰਗਾ ਲੱਗਦਾ ਹੀ ਹੈ। ਬਿਲਕੁਲ, ਇਹ ਸਨ ਸੰਗਰੂਰ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਾਵਲ, ਜਿਹੜੇ ਖੁਦ ਆ ਕੇ ਜਿਹੜਾ ਪਿੰਕ ਬੂਥ ਆ ਇਹਦਾ ਨਿਰੀਖਣ ਕਰਨ ਆਏ ਨੇ, ਦੇਖਣ ਆਏ ਨੇ ਕਿ ਕਿੰਨਾ ਕੁ ਔਰਤਾਂ ਦੇ ਵਿੱਚ ਉਤਸ਼ਾਹ ਹੈ। ਅਸੀਂ ਤਸਵੀਰਾਂ ਦੇ ਨਾਲ ਤੁਹਾਨੂੰ ਦਿਖਾਵਾਂਗੇ ਕਿ ਡੀਸੀ ਸਾਹਿਬ ਖੁਦ ਜਾ ਕੇ ਲੋਕਾਂ ਨੂੰ ਮਿਲ ਰਹੇ ਨੇ, ਇੱਥੇ ਦਾ ਜਿਹੜਾ ਮਾਹੌਲ ਆ ਉਹ ਦੇਖ ਰਹੇ ਨੇ। ਤਸਵੀਰਾਂ ਜ਼ਰੂਰ ਤੁਹਾਨੂੰ ਲਗਾਤਾਰ ਦਿਖਾਉਂਦੇ ਰਹਾਂਗੇ। ਜ਼ਿਲ੍ਹਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਾਵਲ ਤੇ ਉਹਨਾਂ ਦੇ ਨਾਲ ਐਸਐਸਪੀ ਮਨਦੀਪ ਸਿੰਘ ਸਿੱਧੂ, ਜਿਹੜਾ ਇਹ ਸਪੈਸ਼ਲ ਬੂਥ ਬਣਾਇਆ ਗਿਆ, ਪਿੰਕ ਬੂਥ ਬਣਾਇਆ ਗਿਆ, ਸਮਾਰਟ ਬੂਥ ਬਣਾਇਆ ਗਿਆ, ਇਹਦਾ ਨਿਰੀਖਣ ਕਰਨ ਆਏ ਨੇ ਕਿ ਕਿੰਨੇ ਕੁ ਵਧੀਆ ਤਰੀਕੇ ਨਾਲ ਜਿਹੜੀ ਸਜਾਵਟ ਆ, ਔਰਤਾਂ ਦੇ ਵਿੱਚ ਕਿੰਨਾ ਕੁ ਜਿਹੜਾ ਉਤਸ਼ਾਹ ਇਸ ਨੂੰ ਲੈ ਕੇ ਹੋ ਰਿਹਾ। ਗੱਲਬਾਤ ਕਰ ਰਹੇ ਨੇ ਵੋਟਰਾਂ ਦੇ ਨਾਲ ਤੇ ਤੁਹਾਨੂੰ ਲਗਾਤਾਰ ਤਸਵੀਰਾਂ ਦਿਖਾਵਾਂਗੇ, ਕਿਉਂਕਿ ਇੱਕ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਹਰ ਇੱਕ ਚੀਜ਼ ਨੂੰ ਚੈੱਕ ਕਰਨਾ। ਕਿਸ ਤਰੀਕੇ ਨਾਲ ਜਿਹੜਾ ਬੂਥ ਬਣਾਇਆ ਗਿਆ ਉਹਦੀ ਚੈਕਿੰਗ ਬਿਲਕੁਲ ਵਧੀਆ ਤਰੀਕੇ ਨਾਲ ਕੀਤੀ ਜਾ ਰਹੀ ਹੈ। ਬਿਲਕੁਲ, ਤਸਵੀਰਾਂ ਅਸੀਂ ਦੇਖ ਪਾ ਰਹੇ ਹਾਂ। ਸਮਾਰਟ ਬੂਥ ਹੈ ਇਹ। ਬੇਸਿਕਲੀ ਇੱਕ ਚੰਗੀ ਪਹਿਲ ਗਗਨ ਕਹਿ ਸਕਦੇ ਹਾਂ, ਜਾਂ ਦੂਜੇ ਸ਼ਬਦਾਂ 'ਚ ਆਪਾਂ ਕਹੀਏ ਕਿ ਅੱਜ ਕੱਲ ਪੋਲੀਟੀਕਲ ਪਾਰਟੀਆਂ ਨੇ ਤਾਂ ਝੰਡੀਆਂ ਲਾਉਣੀਆਂ ਛੱਡਤੀਆਂ ਤੇ ਐਡਮਿਨਿਸਟ੍ਰੇਸ਼ਨ ਨੇ ਜਾਂ ਇਲੈਕਸ਼ਨ ਕਮਿਸ਼ਨ ਨੇ ਸ਼ੁਰੂ ਕਰਤਾ ਕਿ ਚਲੋ ਲੋਕਾਂ ਨੂੰ ਥੋੜੀ ਇਲੈਕਸ਼ਨ ਦੀ ਫੀਲਿੰਗ ਤੇ ਆਵੇ, ਵੋਟਾਂ ਦੀ ਫੀਲਿੰਗ ਤੇ ਆਵੇ ਕਿ ਜੀ ਝੰਡੀਆਂ ਲੱਗੀਆਂ, ਟੈਂਟ ਲੱਗੇ ਆ। ਜੇ ਕੋਈ ਬੰਦਾ ਪੁੱਛਦਾ ਕੀ ਹੋ ਰਿਹਾ ਤਾਂ ਵੋਟਾਂ ਪੈ ਰਹੀਆਂ, ਤਾਂ ਕਿਤੇ ਨਾ ਕਿਤੇ ਉਹ ਲਿੰਕ ਕਰਦਾ, ਅਟਰੈਕਟ ਕਰਦਾ। ਜੇ ਹੁਣ ਇਸੇ ਤਸਵੀਰ ਨੂੰ ਵਾਈਸ ਵਰਸਾ ਦੇਖੀਏ, ਤੁਸੀਂ ਬਹੁਤ ਟਾਈਮ ਤੋਂ ਪੋਲਿਟਿਕਸ ਨੂੰ ਵੀ ਕਵਰ ਕਰ ਰਹੇ ਹੋ, ਸਾਰਾ ਸਿਨੈਰੀਓ ਪੁਰਾਣਾ ਜਦੋਂ ਇਲੈਕਸ਼ਨ ਹੁੰਦਾ ਸੀਗਾ, ਇਲੈਕਸ਼ਨ ਬੂਥ ਦੇ ਬਾਹਰ ਜਿਹੜਾ ਟੈਂਟ ਲੱਗ ਜਾਂਦੇ ਸੀਗੇ, ਬਸਤੇ ਲੈ ਕੇ ਬਹਿ ਜਾਂਦੇ ਸੀਗੇ, ਗਲੀਆਂ ਦੇ ਵਿੱਚ ਝੰਡੀਆਂ ਲੱਗ ਜਾਂਦੀਆਂ, ਪੋਸਟਰ ਲੱਗੇ ਹੁੰਦੇ ਸੀ ਕੰਧਾਂ ਤੇ। ਅੱਜ ਕੱਲ ਤੇ ਕੋਈ ਆਪਣੇ ਘਰ ਦੀ ਕੰਧ ਤੇ ਪੋਸਟਰ ਨਹੀਂ ਲਾਉਂਦਾ ਹੁੰਦਾ, ਲੋਕ ਲੜ ਪੈਂਦੇ ਆ, ਅਵੋਇਡ ਕਰਦੇ ਆ ਵੀ ਸਾਡੀਆਂ ਕੰਧਾਂ ਨਾ ਖਰਾਬ ਕਰੋ। ਔਰ ਦੂਸਰੀ ਗੱਲ ਜਿਹੜੀ ਲੇਡੀਜ਼ ਦੀ ਵਾਰ-ਵਾਰ ਉਹ ਜ਼ਿਕਰ ਕਰ ਰਹੇ ਨੇ, ਇਹ ਬੜੀ ਕਹਿੰਦੇ ਆ ਵੀ ਅਮੂਮਨ ਜੀ ਗੱਲ ਹੈ ਕਿ ਲੇਡੀਜ਼ ਦੇ ਵਿੱਚ ਪੋਲਿਟਿਕਸ ਨੂੰ ਲੈ ਕੇ ਇੰਟਰਸਟ ਘੱਟ ਹੁੰਦਾ ਹੈ ਮੇਲਸ ਦੇ ਮੁਕਾਬਲੇ। ਬੰਦੇ ਜ਼ਿਆਦਾ ਇੰਟਰਸਟ ਲੈਂਦੇ ਆ ਪੋਲਿਟਿਕਸ ਦੇ ਵਿੱਚ, ਲੇਡੀਜ਼ ਨੂੰ ਹੋਰ ਕੰਮਾਂ 'ਚ, ਘਰੇਲੂ ਕੰਮਾਂ 'ਚ, ਪਰਿਵਾਰ ਦੇ ਕੰਮਾਂ 'ਚ, ਉਹਨਾਂ ਚੀਜ਼ਾਂ 'ਚ ਜ਼ਿਆਦਾ ਉਹ ਹੁੰਦੇ ਆ ਇੰਟਰਸਟਿਡ। ਸੋ ਇਸ ਕਰਕੇ ਕਿਤੇ ਨਾ ਕਿਤੇ ਕਈ ਵਾਰੀ ਇਹ ਚੀਜ਼ਾਂ ਅਟਰੈਕਟ ਤੇ ਕਰਦੀਆਂ, ਇਸ ਦੇ ਵਿੱਚ ਕੋਈ ਦੋ ਰਾਏ ਨਹੀਂ। ਔਰ ਜੇ ਤੁਸੀਂ ਇਸ ਐਫਰਟ ਦੇ ਜ਼ਰੀਏ, ਛੋਟੇ ਜਿਹੇ ਐਫਰਟ ਦੇ ਜ਼ਰੀਏ ਕੋਈ 2-4-5% ਵੀ ਉੱਥੇ ਪੋਲਿੰਗ ਵੱਧ ਜਾਂਦੀ ਹੈ ਤਾਂ ਆਪਾਂ ਇਸ ਨੂੰ ਵੀ ਅਚੀਵਮੈਂਟ ਮੰਨਾਂਗੇ।
ਇੱਕ ਛੋਟਾ ਜਿਹਾ ਬ੍ਰੇਕ ਲੈ ਲੈਣੇ, ਬ੍ਰੇਕ ਤੋਂ ਬਾਅਦ ਛੇਤੀ ਵਾਪਸ ਆ ਰਹੇ ਹਾਂ। ਅਪਡੇਟਸ ਦੇ ਨਾਲ ਤਸਵੀਰਾਂ ਵੀ ਦਿਖਾਵਾਂਗੇ, ਕਲਰਫੁਲ ਤਸਵੀਰਾਂ ਜਿਹੜੀਆਂ ਨੇ ਉਹ ਵੀ ਦਿਖਾਵਾਂਗੇ, ਤੇ ਜਿਹੜੇ ਬਾਕੀ ਬੂਥ ਨੇ ਉਹਨਾਂ ਦਾ ਵੀ ਦੌਰਾ ਕਰਾਂਗੇ। ਛੋਟੇ ਜਿਹੇ ਬ੍ਰੇਕ।